आप लिहो तुम कथा सुधारी। सतनाम श्री वाहिगुरु साहिब जी। होए है ऐसे जिम चित बाछो, गुरु शरा मह गम नह आछो। पुन सब सिख संदेह न करैं, गुर को देख तुरकपन धरैं। वाहिगुरु जी का खालसा वाहिगुरु जी की फतेह। परम सन्मानयोग सतगुरु जी की साजी नवाजी गुरु रूप गुरु खालसा साध संगत जीओ। आप जी वਡਭਾਗੇ हो जो सतगुरु गुरु ग्रंथ साहब जी की गोद विच बैठ करके अपने ਸਵਾਸਾਂ ਨੂੰ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਇਹ ਸਾਡਾ ਸਮਾਂ ਦਰਗਾਹ ਵਿੱਚ ਲੇਖੇ ਲੱਗੇਗਾ। ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵੱਲੋਂ ਬਖਸ਼ਿਸ਼ਾਂ ਮਿਲਣਗੀਆਂ। ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਡਾਕਟਰ ਗਗਨਦੀਪ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਬਹੁਤ ਹੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਹੈ। ਜਿਵੇਂ ਮਹਾਰਾਜ ਆਪਣੀ ਬਾਣੀ 'ਚ ਫਰਮਾਨ ਕਰਦੇ, ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸੁਆਓ। ਇਹ ਭਾਈ ਜੇ ਤੂੰ ਪਰਮੇਸ਼ਰ ਦੀ ਕੀਰਤੀ ਕਰ ਰਿਹਾ ਹੈ ਤਾਂ ਇਹ ਸਭ ਤੋਂ ਭਲਾ ਕਾਰਜ ਹੈ। ਜਿਹੜਾ ਪਰਮੇਸ਼ਰ ਦਾ ਕੰਮ ਵਾਹਿਗੁਰੂ ਦੀ ਸਿਫਤ ਸਲਾਘਾ ਦਾ ਹੈ, ਇਹੀ ਅਸਲ ਕੰਮ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੰਮ੍ਰਿਤਮਈ ਗੁਰੂ ਕੀ ਬਾਣੀ ਪਾਠ ਕੀਰਤਨ ਦੁਆਰਾ ਆਪ ਜੀ ਨੇ ਸਰਵਣ ਕੀਤੀ ਹੈ। ਹੁਣ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਲੜੀ ਨਾਲ ਜੁੜ ਜਾਈਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਕਸ਼ਮੀਰੀ ਪੰਡਤਾਂ ਨੇ ਆਪਣੇ ਦੁੱਖੜੇ ਰੋਏ ਹਨ, ਉਹਨਾਂ ਦਾ ਦੁੱਖ ਦਰਦ ਸੁਣ ਕੇ ਪਾਤਸ਼ਾਹ ਨੇ ਬਚਨ ਕੀਤਾ ਕਿ ਜਾਓ ਔਰੰਗਜ਼ੇਬ ਨੂੰ ਆਖੋ, ਪਹਿਲਾਂ ਸਾਡੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਓ, ਫਿਰ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਸੋ ਸਾਧ ਸੰਗਤ ਜੀ, ਇਹ ਪੰਡਤ ਕੁਝ ਦਿਨ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਗੁਰੂ ਘਰ ਤੋਂ ਬੜੇ ਪ੍ਰਭਾਵਿਤ ਹੋਏ। ਫਿਰ ਬਾਦਸ਼ਾਹ ਕੋਲ ਦਿੱਲੀ ਪਹੁੰਚੇ ਹਨ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਇਹਨਾਂ ਨੇ ਪੁਕਾਰ ਕੀਤੀ ਹੈ, ਫਰਿਆਦ ਕੀਤੀ ਹੈ, ਬਾਦਸ਼ਾਹ ਸਲਾਮਤ, ਤੁਹਾਡਾ ਪਰਵਾਨਾ ਸਾਡੇ ਕੋਲ ਪਹੁੰਚਿਆ ਸੀ ਕਿ ਤੁਸੀਂ ਦੀਨ ਇਸਲਾਮ ਨੂੰ ਕਬੂਲ ਕਰੋ। ਸੋ ਆਪ ਜੀ ਦਾ ਹੁਕਮ ਸਾਡੇ ਸਿਰ ਮੱਥੇ, ਪਰ ਸਾਡੀਆਂ ਕੁਝ ਸਮੱਸਿਆਵਾਂ ਹਨ। ਅਸੀਂ ਜੋ ਬ੍ਰਾਹਮਣ ਲੋਕ ਹਾਂ ਉਹ ਖੱਤਰੀਆਂ ਦੇ ਨਿਰਭਰ ਹਾਂ। ਖੱਤਰੀ ਲੋਕ ਸਾਡੇ ਅੰਨਦਾਤੇ ਹਨ। ਉਹ ਰਾਜੇ ਸਨ, ਮਹਾਰਾਜੇ ਸਨ। ਹਜ਼ਾਰਾਂ ਲੱਖਾਂ ਸਾਲਾਂ ਤੋਂ ਉਹ ਸਾਡਾ ਪੇਟ ਪਾਲਦੇ ਆ ਰਹੇ ਸਨ। ਜਿਹੜਾ ਧਰਮ ਪੁਰਾਤਨ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ, ਉਹਦਾ ਇਹ ਸਿਸਟਮ ਚੱਲਿਆ ਆਉਂਦਾ ਸੀ ਕਿ ਛਤਰੀ ਲੋਕ ਰਾਜ ਕਰਦੇ ਸਨ, ਬ੍ਰਾਹਮਣ ਲੋਕ ਵਿੱਦਿਆ ਦਾ ਅਧਿਐਨ ਕਰਦੇ ਸਨ, ਵੈਸ਼ ਲੋਕ ਖੇਤੀ ਜਾਂ ਵਪਾਰ ਕਰਦੇ ਸਨ ਅਤੇ ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ। ਉਹ ਜਿਹੜਾ ਸਿਸਟਮ ਸੀ ਤੁਹਾਡੇ ਰਾਜ ਵਿੱਚ ਹਿੱਲ ਚੁੱਕਾ ਹੈ। ਫਿਰ ਵੀ ਸਾਡਾ ਬ੍ਰਾਹਮਣਾਂ ਦਾ ਗੁਜ਼ਾਰਾ ਖੱਤਰੀਆਂ ਦੇ ਘਰੋਂ ਮਿਲਣ ਵਾਲੀ ਪੂਜਾ ਦਕਸ਼ਨਾ ਦੇ ਨਾਲ ਹੀ ਚੱਲਦਾ ਹੈ। ਸੋ ਸਾਰੇ ਖੱਤਰੀ ਜੇ ਮੁਸਲਮਾਨ ਬਣ ਜਾਂਦੇ ਹਨ ਤਾਂ ਸਾਨੂੰ ਮੁਸਲਮਾਨ ਬਣਨ 'ਚ ਕੋਈ ਦਿੱਕਤ ਨਹੀਂ ਰਹੇਗੀ। ਪਰ ਸਾਰੇ ਖੱਤਰੀ ਵੀ ਮੁਸਲਮਾਨ ਇੱਕਦਮ ਨਹੀਂ ਬਣ ਸਕਦੇ। ਚੰਗਾ ਹੋਵੇ ਜੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਉਹਨਾਂ ਦੇ ਪਿੱਛੇ ਸਾਰੇ ਹਿੰਦੁਸਤਾਨ ਦੇ ਬ੍ਰਾਹਮਣ ਖੱਤਰੀ ਵੱਡੇ ਛੋਟੇ ਦੇਖਾ ਦੇਖੀ ਸਾਰੇ ਆਪਣਾ ਧਰਮ ਛੱਡ ਦੇਣਗੇ, ਇਸਲਾਮ ਨੂੰ ਕਬੂਲ ਕਰ ਲੈਣਗੇ। ਸੋ ਬਾਦਸ਼ਾਹ ਨੂੰ ਇਹ ਗੱਲ ਬੜੀ ਪਸੰਦ ਆਈ ਹੈ। ਬਾਦਸ਼ਾਹ ਨੇ ਸੁਣ ਕੇ ਕੀ ਆਖਿਆ ਹੈ, ਮਹਾਕਵੀ ਕਵੀਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖ ਰਹੇ ਹਨ। ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਟਿਕਾਈਏ। ਗੁਰਦੇਵ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆਂ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹੋਏ ਹੈ ਐਸੇ ਜਿਮ ਚਿਤ ਬਾਂਛੋ। ਬਾਦਸ਼ਾਹ ਕਹਿਣ ਲੱਗਾ, ਠੀਕ ਹੈ, ਜਿਵੇਂ ਤੁਸੀਂ ਚਾਹੁੰਦੇ ਹੋ ਅਸੀਂ ਇਸੇ ਤਰ੍ਹਾਂ ਹੀ ਕਰ ਲੈਂਦੇ ਹਾਂ। ਗੁਰੂ ਸ਼ਰਾ ਮਹਿ ਗਮਨਹਿ ਆਛੋ। ਬੜੀ ਚੰਗੀ ਗੱਲ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਨ ਇਸਲਾਮ ਦੇ ਦਾਇਰੇ ਵਿੱਚ ਆ ਜਾਂਦੇ ਹਨ, ਇਸਲਾਮ ਕਬੂਲ ਲੈਂਦੇ ਹਨ, ਪੁਨ ਸਭ ਸਿੱਖ ਸੰਦੇਹ ਨ ਕਰੈ। ਫਿਰ ਕੋਈ ਵੀ ਉਹਨਾਂ ਨੂੰ ਮੰਨਣ ਵਾਲਾ ਹਿੰਦੂ ਸਿੱਖ ਗੁਰੂ ਮਹਾਰਾਜ ਦਾ ਜੋ ਵੀ ਪੈਰੋਕਾਰ ਹੈ ਜਾਂ ਕੋਈ ਵੀ ਜਿਹੜਾ ਹਿੰਦੁਸਤਾਨ ਦੇ ਵਿੱਚ ਸਿਰ ਕੱਢ ਹਿੰਦੂ ਹੈ, ਉਹ ਸੰਸਾ ਨਹੀਂ ਕਰੇਗਾ ਇਸਲਾਮ ਵਿੱਚ ਆਉਣ। ਉਹਨਾਂ ਦਾ ਸਾਰਿਆਂ ਦਾ ਝਾਕਾ ਖੁੱਲ ਜਾਵੇਗਾ। ਕਹਿਣਗੇ ਜੀ ਐਡੇ ਵੱਡੇ ਮਹਾਂਪੁਰਸ਼ ਮੁਸਲਮਾਨ ਬਣ ਗਏ ਨੇ ਤੇ ਸਾਨੂੰ ਬਣਨ 'ਚ ਕੀ ਦਿੱਕਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਜਿਹੜੇ ਸਾਰੇ ਧਰਮਾਂ ਦੇ ਬਾਰੇ ਬੜੀ ਡੂੰਘੀ ਜਾਣਕਾਰੀ ਰੱਖਦੇ ਹਨ, ਜਿਨ੍ਹਾਂ ਨੂੰ ਹਰ ਤਰ੍ਹਾਂ ਦਾ ਗਿਆਨ ਹੈ, ਜੇ ਉਹਨਾਂ ਨੂੰ ਇਸਲਾਮ ਚੰਗਾ ਲੱਗਿਆ ਤਾਂ ਸਾਨੂੰ ਕਿਉਂ ਨਹੀਂ ਲੱਗਦਾ। ਇਸ ਤਰ੍ਹਾਂ ਫਿਰ ਸਾਰੇ ਮਹਾਂਪੁਰਸ਼ਾਂ ਦੇ ਪੈਰੋਕਾਰ ਹਿੰਦੁਸਤਾਨ ਦੇ ਲੋਕ ਮੁਸਲਮਾਨ ਬਣ ਜਾਣਗੇ। ਗੁਰ ਕੋ ਦੇਖ ਤੁਰਕ ਪਨ ਧਰੈ। ਗੁਰੂ ਤੇਗ ਬਹਾਦਰ ਸਾਹਿਬ ਵੱਲ ਵੇਖ ਕੇ ਸਾਰੇ ਇਸਲਾਮ ਦੇ ਵਿੱਚ ਆ ਜਾਣਗੇ, ਤੁਰਕ ਬਣ ਜਾਣਗੇ। ਸੁਨਤ ਸ਼ਾਹੋ ਰਖ ਬ੍ਰਿੰਦ ਮੁਲਾਨੇ। ਬਾਦਸ਼ਾਹ ਦੀ ਇਹ ਗੱਲ ਸੁਣ ਕੇ ਜਿੰਨੇ ਵੀ ਦਰਬਾਰ ਦੇ ਵਿੱਚ ਮੁਲਾਣੇ ਸਨ, ਉਲਮਾ ਆਲਮ ਲੋਕ ਸਨ, ਪੜ੍ਹੇ ਲਿਖੇ ਕਾਜੀ ਮੁੱਲਾ ਸਨ, ਕਾਜੀ ਔਰ ਉਮਰਾਵ ਬਖਾਨੇ। ਕਾਜੀ ਮੁਲਾਣੇ ਤੇ ਬਾਦਸ਼ਾਹ ਦੇ ਅਫਸਰ ਉਮਰਾਵ ਬੋਲੇ ਹਨ। ਇਮ ਸੁਖੇਨ ਹੀ ਕਾਰਜ ਹੋਏ। ਕਹਿੰਦੇ ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੱਲਿਆਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਸਾਰਾ ਹਿੰਦੁਸਤਾਨ ਇਸ ਇਸਲਾਮ ਦੇ ਦਾਇਰੇ ਵਿੱਚ ਆਵੇਗਾ, ਕੰਮ ਸੌਖਾ ਬਣ ਜਾਵੇਗਾ। ਸਾਦਰ ਸ਼ਰਾ ਮਾਨ ਸਭ ਕੋਏ। ਸਾਰੇ ਹੀ ਸਤਿਕਾਰ ਨਾਲ ਦੀਨ ਇਸਲਾਮ ਦੀ ਸ਼ਰ੍ਹਾ ਨੂੰ ਮੰਨ ਲੈਣਗੇ। ਅਜ਼ਮਤ ਸਹਿਤ ਹੋਏ ਵਿੱਚ ਦੀਨ। ਕਿਉਂਕਿ ਜੇ ਕਰਾਮਾਤੀ ਪੁਰਸ਼ ਮਹਾਪੁਰਸ਼ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੇ ਕੋਲ ਰੱਬੀ ਗੈਬੀ ਸ਼ਕਤੀਆਂ ਵੀ ਹਨ, ਅੱਲਾ ਦੀ ਇਬਾਦਤ ਕਰ ਕਰਕੇ ਉਹਨਾਂ ਮਹਾਂਪੁਰਸ਼ਾਂ ਨੇ ਉਹ ਅਕਾਲ ਪੁਰਖ ਦੀਆਂ, ਉਸ ਅੱਲਾ ਤਾਲਾ ਦੀਆਂ ਨਿਆਮਤਾਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹੋਈਆਂ ਹਨ। ਜੇ ਉਹ ਇਸਲਾਮ ਵਿੱਚ ਆ ਗਏ, ਕਰਾਮਾਤੀ ਪੁਰਸ਼, ਸ਼ਕਤੀਸ਼ਾਲੀ ਪੁਰਸ਼, ਵਿਦਵਾਨ ਪੁਰਸ਼, ਮਹਾਪੁਰਸ਼ ਮੁਸਲਮਾਨ ਬਣ ਗਏ, ਸਭ ਜਗ ਵਿਖੈ ਸ਼ਰਾਬ ਵੱਡ ਪੀਨ। ਫਿਰ ਸਾਰੀ ਦੁਨੀਆ ਵਿੱਚ ਸ਼ਰ੍ਹਾ ਫੈਲੇਗੀ, ਸਾਰੀ ਦੁਨੀਆ ਇਸਲਾਮ ਮੰਨੇਗੀ। ਹਿੰਦੁਸਤਾਨ ਹੀ ਨਹੀਂ, ਬਾਕੀ ਦੇ ਮੁਲਕਾਂ ਉੱਤੇ ਵੀ ਅਸੀਂ ਇਸਲਾਮ ਦਾ ਝੰਡਾ ਝੁਲਾ ਦੇਵਾਂਗੇ। ਅਸ ਮਸਲਤ ਸਭ ਹੂਨ ਸਰਾਹੀ। ਇਸ ਤਰ੍ਹਾਂ ਦੀ ਸਲਾਹ ਜਦੋਂ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਨੂੰ ਦਿੱਤੀ, ਸਾਰੇ ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇਹ ਸਲਾਹ ਤਾਂ ਬੜੀ ਚੰਗੀ ਹੈ, ਜਿਹੜੀ ਆ ਪੰਡਤਾਂ ਨੇ ਗੱਲ ਕਹੀ ਹੈ ਇਹ ਮੰਨਣਯੋਗ ਹੈ, ਆਪਾਂ ਇਹਨਾਂ ਨੂੰ ਮੌਕਾ ਦਈਏ, ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਦਾਵਤ ਦਈਏ। ਉਖ ਰਹਿ ਮੂਲ ਸੋ ਜਾਣਹਿ ਨਾਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਲਿਖ ਰਹੇ ਹੈ, ਮੂਰਖ ਇਹ ਨਹੀਂ ਸਮਝਦੇ ਵੀ ਅਸੀਂ ਆਪਣੀਆਂ ਹੀ ਜੜ੍ਹਾਂ ਪਟਵਾ ਬਹਿਣੀਆਂ। ਜਿਹੜਾ 700 ਸਾਲ ਤੋਂ ਰਾਜ ਹਿੰਦੁਸਤਾਨ 'ਚ ਲਈ ਬੈਠੇ ਆ, ਇਹਦੀਆਂ ਤੇ ਜੜ੍ਹਾਂ ਖੋਖੜੀਆਂ ਚੱਲੀਆਂ ਜਿਹੜਾ ਕੰਮ ਕਰਨ ਲੱਗੇ ਹਾਂ। ਇਹ ਤਾਂ ਸੋਚਦੇ ਨੇ ਵੀ ਸਾਰੀ ਦੁਨੀਆ ਦੇ ਰਾਜ ਕਰਾਂਗੇ, ਇਸਲਾਮ ਦਾ ਝੰਡਾ ਬੁਲੰਦ ਕਰਾਂਗੇ, ਸਾਰੀ ਦੁਨੀਆ ਮੁਸਲਮਾਨ ਬਣੇਗੀ, ਪਰ ਇਹ ਨਹੀਂ ਸੋਚਦੇ ਵੀ ਹਿੰਦੁਸਤਾਨ ਵਿੱਚੋਂ ਵੀ ਸਾਡਾ ਬਿਸਤਰਾ ਗੁਲ ਹੋ ਜਾਵੇਗਾ। ਜਿਸ ਤੇ ਨਸ ਹੈ ਤੇਜ ਤੁਰਕਾਨਾ। ਐਸਾ ਕੰਮ ਕਰਨ ਲੱਗੇ ਹਨ ਜਿਹਦੇ ਨਾਲ ਤੁਰਕਾਂ ਦਾ ਤਪ ਤੇਜ ਨਾਸ ਹੋ ਜਾਵੇਗਾ। ਸੋ ਦਿੜ ਕਰਹਿ ਧਰਹਿ ਮਨ ਮਾਨਾ। ਆਪਣ ਹੱਥੀਂ ਆਪਣੀ ਜੜ ਆਪ ਉਪਟੈ, ਆਪਣੀ ਜੜ ਆਪ ਹੀ ਪੁੱਟਣ ਲੱਗੇ ਹਨ, ਆਪਣਾ ਨਾਸ ਆਪ ਹੀ ਕਰਨ ਲੱਗੇ ਹਨ। ਗੁਰੂ ਹਕਾਰਹੁ ਮਤ ਠਹਿਰਾਇਓ। ਕਹਿੰਦੇ ਇਹਨਾਂ ਨੇ ਮਤਾ ਕਰ ਲਿਆ, ਸਲਾਹ ਕਰ ਲਈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਸੱਦਿਆ ਜਾਵੇ। ਆਵਹਿ ਰਾਮ ਰਾਏ ਜਿਮ ਆਇਓ। ਜਿਵੇਂ ਬਾਬਾ ਰਾਮ ਰਾਏ ਜੀ ਆਏ ਸਨ, ਉਹਨਾਂ ਨੇ ਬਾਦਸ਼ਾਹ ਨੂੰ ਕਰਾਮਾਤਾਂ ਦਿਖਾਈਆਂ ਸਨ, ਇਹ ਵੀ ਆਉਣ, ਇਹ ਵੀ ਉਸੇ ਪਰਿਵਾਰ ਵਿੱਚੋਂ ਹਨ, ਬਜ਼ੁਰਗ ਹਨ, ਵੱਡੇ ਹਨ ਰਾਮ ਰਾਏ ਦੇ। ਇਹਨਾਂ ਨੂੰ ਵੀ ਦਾਵਤ ਦਈਏ ਵੀ ਕਿਰਪਾ ਕਰਕੇ ਦਿੱਲੀ ਤਸ਼ਰੀਫ ਲੈ ਆਉਣ।
ਪੂਰਬ ਗੁਰ ਸੋ ਗਏ ਸਮਾਏ। ਪਹਿਲੇ ਜਿਹੜੇ ਗੁਰੂ ਹੋਏ ਨੇ 8 ਪਾਤਸ਼ਾਹ ਇਸ ਗੱਦੀ ਉੱਤੇ, ਉਹ ਤਾਂ ਹੁਣ ਜੋਤੀ ਜੋਤ ਸਮਾ ਚੁੱਕੇ ਨੇ। ਤੇਗ ਬਹਾਦਰ ਅਬਹਿ ਬਤਾਈ। ਹੁਣ ਇਸ ਗੱਦੀ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸੇ ਜਾਂਦੇ ਹਨ। ਦੋ ਅਹਦੀ ਤਤਕਾਲ ਬੁਲਾਏ। ਬਾਦਸ਼ਾਹ ਨੇ ਉਸੇ ਵੇਲੇ 2 ਐਦੀ ਬੁਲਾ ਲਏ। ਐਦੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਬਾਦਸ਼ਾਹ ਦਾ ਅਹਿਦਨਾਮਾ, ਬਾਦਸ਼ਾਹ ਦਾ ਪਰਵਾਨਾ ਲੈ ਕੇ ਜਾਂਦੇ ਹਨ। ਉਹ 2 ਐਦੀਏ ਬਾਦਸ਼ਾਹ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਭੇਜਣ ਲਈ ਤਿਆਰ ਕੀਤੇ ਹਨ। ਤਿੰਨ ਪ੍ਰਤ ਹੁਕਮ ਕਹਿਓ ਸਮਝਾਏ। ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਅਹਿਦੀਆਂ ਨੂੰ ਸਮਝਾ ਕੇ ਆਖਿਆ ਹੈ। ਬੂਝ ਦਿਜਨ ਸੋ ਬਸਬੇ ਗ੍ਰਾਮੂ। ਕਹਿਣ ਲੱਗਾ, ਦੇਖੋ ਭਾਈ, ਤੁਸੀਂ ਜਾਣਾ ਹੈ ਆਨੰਦਪੁਰ ਸਾਹਿਬ। ਇਹਨਾਂ ਨੂੰ ਪੁੱਛ ਲਓ ਪੰਡਤਾਂ ਨੂੰ ਵੀ ਉਹ ਆਨੰਦਪੁਰ ਕਿੱਥੇ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਕਿੱਥੇ ਨਿਵਾਸ ਕਰਦੇ ਨੇ, ਉਹਨਾਂ ਦਾ ਪਤਾ, ਉਹਨਾਂ ਦਾ ਐਡਰੈਸ ਲੈ ਲਵੋ ਤੇ ਫਿਰ ਤੁਸੀਂ ਉੱਥੇ ਚਲੇ ਜਾਓ। ਸੋਢੀ ਤੇਗ ਬਹਾਦਰ ਨਾਮੂ। ਸੋਢੀ ਕੁਲ ਦੇ ਵਿੱਚ ਗੁਰੂ ਰਾਮਦਾਸ ਦੇ ਪਰਿਵਾਰ ਵਿੱਚ ਗੁਰੂ ਹਨ। ਗੁਰੂ ਨਾਨਕ ਦੀ ਗੱਦੀ ਤੇ ਉਹਨਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸੁਣੀਦਾ ਹੈ। ਜਾਏ ਹਕਾਰ ਹੋ ਇਤ ਕੋ ਲਿਆਵੋ। ਗੁਰੂ ਤੇਗ ਬਹਾਦਰ ਸਾਹਿਬ ਕੋਲ, ਉਹਨਾਂ ਦੇ ਪਿੰਡ, ਉਹਨਾਂ ਦੇ ਨਗਰ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਤੇ ਉਹਨਾਂ ਨੂੰ ਬੁਲਾ ਕੇ ਦਿੱਲੀ ਲੈ ਆਓ। ਆਏ ਕ ਨਹੀਂ ਭੇਤ ਕੋ ਪਾਵੋ। ਸਾਡੇ ਸੱਦੇ ਉੱਤੇ, ਸਾਡੇ ਬੁਲਾਵੇ ਤੇ ਆਉਂਦੇ ਹਨ ਜਾਂ ਨਹੀਂ ਆਉਂਦੇ, ਇਸ ਗੱਲ ਦਾ ਵੀ ਭੇਤ ਪਾ ਲਓ। ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹ ਕੀ ਜਵਾਬ ਦਿੰਦੇ। ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਦਿੱਲੀ ਆਉਣ ਦੀ ਦਾਵਤ ਦਿਓ ਕਿ ਉਹ ਦਿੱਲੀ ਤਸ਼ਰੀਫ ਲੈ ਕੇ ਆਉਣ, ਸਾਨੂੰ ਆਪਣੇ ਮੁਕੱਦਸ ਦਰਸ਼ਨ ਬਖਸ਼ਣ। ਜੇ ਉਹ ਆਉਂਦੇ ਨੇ ਤਾਂ ਲੈ ਆਓ, ਜੇ ਅੱਗੋਂ ਕੋਈ ਉਹ ਜਵਾਬ ਕੀ ਦਿੰਦੇ ਹਨ, ਹਾਂ ਨਾ, ਤਾਂ ਉਹ ਵੀ ਸਾਨੂੰ ਆ ਕੇ ਦੱਸੋ। ਕਹੋ ਦਿਖਾਵਨ ਅਜ਼ਮਤ ਕਰੈ। ਉਹਨਾਂ ਨੂੰ ਇਹ ਬੇਨਤੀ ਕਰਿਆ ਜੇ ਵੀ ਬਾਦਸ਼ਾਹ ਸਲਾਮਤ ਨੇ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਾਡੀ ਇੱਛਾ ਹੈ ਕਿ ਤੁਸੀਂ ਦਿੱਲੀ ਆਓ। ਜਿਵੇਂ ਤੁਹਾਡੇ ਪਰਿਵਾਰ ਵਿੱਚੋਂ ਤੁਹਾਡਾ ਪੋਤਰਾ ਬਾਬਾ ਰਾਮ ਰਾਏ ਆਇਆ ਸੀ, ਉਸ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਸੀ, ਕਿਉਂਕਿ ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਲੱਗਦੇ ਸਨ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਜੋ ਹੋਏ, ਤਾਂ ਵੱਡੇ ਭਾਈ ਦਾ ਪੋਤਾ ਵੀ ਪੋਤਾ ਹੀ ਗਿਣਿਆ ਜਾਂਦਾ ਨਾ। ਬਾਬਾ ਰਾਮ ਰਾਏ ਜਿਵੇਂ ਆਏ ਸੀ ਤੁਹਾਡੇ ਪੋਤੇ, ਉਹਨਾਂ ਨੇ ਬੜੀਆਂ ਕਰਾਮਾਤਾਂ, ਸ਼ਕਤੀਆਂ ਦਿਖਾਈਆਂ ਸੀ। ਤੁਸੀਂ ਵੀ ਇੱਥੇ ਆ ਕੇ ਉਸੇ ਤਰ੍ਹਾਂ ਆਪਣੀ ਕੋਈ ਕਲਾ, ਕੋਈ ਸ਼ਕਤੀ ਦਾ ਪ੍ਰਦਰਸ਼ਨ ਕਰੋ। ਕਹਿ ਹਮਰੇ ਅਨੁਸਰਤਾ ਧਰੈ। ਜਾਂ ਫਿਰ ਜੋ ਅਸੀਂ ਕਵਾਂਗੇ ਉਹ ਮੰਨ ਲਓ, ਸਾਡੇ ਅਨੁਸਾਰ ਹੀ ਹੋ ਜਾਓ। ਸੁਨਤ ਹੁਕਮ ਕੋ ਕੀਨ ਸਤਿਆਰੀ। ਐਦੀਆਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੁਣ ਕੇ ਤਿਆਰੀ ਕੀਤੀ ਹੈ ਦਿੱਲੀ ਤੋਂ ਜਾਣ ਦੀ। ਨਾਮ ਆਨੰਦਪੁਰ ਦਿਜਨ ਉਚਾਰੀ। ਪੰਡਤਾਂ ਨੂੰ ਐਦੀਆਂ ਨੇ ਪੁੱਛ ਲਿਆ, ਪੰਡਤ ਜੀ, ਗੁਰੂ ਜੀ ਕਿਹੜੇ ਪਿੰਡ ਰਹਿੰਦੇ ਹਨ, ਉਹਨਾਂ ਦਾ ਨਗਰ ਕਿੱਥੇ ਕੁ ਪੈਂਦਾ ਹੈ? ਤਾਂ ਉਹ ਜਿਹੜੇ ਬਾਹਮਣ ਸਨ ਉਹਨਾਂ ਨੇ ਦੱਸਿਆ ਵੀ ਪਹਾੜਾਂ ਦੇ ਵਿੱਚ ਸ਼ੁਰੂਆਤ ਵਿੱਚ ਸਤਲੁਜ ਦੇ ਕੰਢੇ ਤੇ 2 ਪਿੰਡ ਹਨ। ਇੱਕ ਦਾ ਨਾਮ ਕੀਰਤਪੁਰ ਹੈ, ਇੱਕ ਦਾ ਨਾਮ ਆਨੰਦਪੁਰ ਹੈ। ਗੁਰੂ ਤੇਗ ਬਹਾਦਰ ਜੀ ਆਨੰਦਪੁਰ ਵਿੱਚ ਰਹਿੰਦੇ ਹਨ। ਦਿੱਲੀ ਤੇ ਸੁਨ ਬਾਹਰ ਭਏ। ਸੋ ਇਹ ਐਦੀਏ ਉਸੇ ਵੇਲੇ ਐਡਰੈਸ ਪਤਾ ਲੈ ਕੇ ਦਿੱਲੀ ਤੋਂ ਤੁਰ ਪਏ ਹਨ। ਸ੍ਰੀ ਗੁਰ ਸਨਮੁਖ ਪੰਥ ਸਦਏ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਪਤਾ ਹੈ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪੂਰੇ 300 ਕਿਲੋਮੀਟਰ ਬਣਦਾ ਹੈ। 300 ਕਿਲੋਮੀਟਰ, ਕਿਉਂਕਿ 200 ਕਿਲੋਮੀਟਰ ਸਾਡਾ ਅੰਬਾਲਾ ਹੈ ਤੇ 102 ਕਿਲੋਮੀਟਰ ਸਿੱਧਾ ਸ੍ਰੀ ਕੇਸਗੜ੍ਹ ਸਾਹਿਬ ਹੈ। ਸੋ ਇਹ ਇਸੇ ਰਸਤੇ ਤੋਂ ਲੰਘਦੇ ਹੁੰਦੇ ਸਨ। ਸੋ 200-300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਐਦੀਏ ਦਿੱਲੀ ਤੋਂ ਤੁਰੇ ਹਨ। ਤੁਰਕ ਮੰਦ ਮਤ ਹੋਤੋ ਨਰੰਗਾ। ਮੰਦਮਤੀਆ, ਮਾੜੀ ਬੁੱਧੀ ਵਾਲਾ, ਔਰੰਗਜ਼ੇਬ ਪਾਪੀ ਦੁਸ਼ਟ। ਸੰਤ ਪੀਰ ਗੁਰ ਸਨਬਦ ਰੰਗਾ। ਸੰਤਾਂ ਭਗਤਾਂ ਗੁਰੂ ਪੀਰਾਂ ਨਾਲ ਵੈਰ ਰੱਖਦਾ ਹੈ, ਬਦਰੰਗ ਕਰਦਾ ਹੈ, ਬਦਸਲੂਕੀ ਕਰਦਾ ਹੈ। ਦੋਹਰਾ ਅਹਦੀ ਚੜ ਕਰ ਖਾਟ ਪਰ। ਸਾਧ ਸੰਗਤ ਜੀ, ਇਹ ਦੱਸਿਆ ਜਾਂਦਾ ਹੈ
ਵੀ ਉਸ ਜ਼ਮਾਨੇ 'ਚ ਜਿਹੜੇ ਐਦੀਏ ਬਾਦਸ਼ਾਹ ਦਾ ਹੁਕਮ ਲੈ ਕੇ ਜਾਂਦੇ ਸਨ ਉਹ ਮੰਜੇ ਤੇ ਬਹਿ ਕੇ ਜਾਂਦੇ ਸਨ। ਖਾਟ ਮੈਨੇ ਮੰਜਾ, ਚਾਰ ਭਾਈ ਮੰਜੇ ਤੇ ਬਹਿ ਜਾਂਦੇ ਸਨ। ਚਾਦਰ ਬਿਸਤਰਾ ਵਿਛਿਆ ਹੁੰਦਾ ਸੀ, ਜਿਵੇਂ ਆਪਾਂ ਘਰ 'ਚ ਮੰਜੇ ਤੇ ਬੈਠਦੇ ਹਾਂ ਉਹ ਇਦਾਂ ਮੰਜੇ ਤੇ ਬੈਠ ਜਾਂਦੇ ਸੀ। ਉਹਨਾਂ ਦਾ ਜਿਹੜਾ ਮੰਜਾ ਹੈ ਇੱਕ ਪਿੰਡ ਵਾਲੇ ਚੁੱਕ ਕੇ ਦੂਜੇ ਪਿੰਡ 'ਚ ਪਹੁੰਚਾਉਂਦੇ ਸਨ, ਦੂਜੇ ਪਿੰਡ ਵਾਲੇ ਉਹ ਮੰਜਾ ਚੱਕ ਕੇ ਤੀਜੇ ਪਿੰਡ ਪਹੁੰਚਾਉਂਦੇ ਸਨ। ਉਹਨਾਂ ਪਿੰਡਾਂ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ, ਭਾਵੇਂ ਉਹ ਕਿੱਥੋਂ ਵੀ ਬੰਦੇ ਪੈਦਾ ਕਰਨ, ਆਪਣਾ ਕੰਮਕਾਰ ਛੱਡਣ, ਭਾਵੇਂ ਉਹ ਹਲ ਵਾਹੁੰਦੇ ਹੁਣ ਹਲ ਛੱਡਣਾ ਪਏਗਾ। ਜੇ ਉਹ ਕੋਈ ਕੰਮ ਖੇਤਾਂ 'ਚ ਕਰ ਰਹੇ ਆ ਜਾਂ ਦੁਕਾਨ ਤੇ ਕਰ ਰਹੇ ਆ, ਜਿੱਦਾਂ ਉਹਨਾਂ ਪਿੰਡ ਵਾਲਿਆਂ ਨੂੰ ਕਰਨਾ ਹੀ ਪੈਣਾ। ਇਹਨੂੰ ਜਿਵੇਂ ਆਪਾਂ ਕਹਿੰਦੇ ਵਗਾਰ ਫੜ ਲੈਣੀ, ਉਹ ਵਗਾਰ ਵਿੱਚ ਬੰਦੇ ਫੜ ਲੈਂਦੇ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਵੀ ਸਾਡਾ ਮੰਜਾ ਚੁੱਕੋ, ਅਗਲੇ ਪਿੰਡ ਛੱਡ ਆਓ। ਅਗਲੇ ਪਿੰਡ ਵਾਲੇ ਫਿਰ ਤਿਆਰ ਰਹਿੰਦੇ ਸੀ ਵੀ ਸਾਡੇ ਪਿੱਛੇ ਐਦੀਏ ਆ ਰਹੇ ਨੇ, ਉਹ ਫਿਰ ਮੰਜਾ ਚੁੱਕ ਕੇ ਅਗਲੇ ਪਿੰਡ। ਇਹ ਇੱਕ ਤਰੀਕਾ ਸੀ, ਦਸਤੂਰ ਸੀ ਉਸ ਵੇਲੇ ਵੀ ਬਾਦਸ਼ਾਹ ਦਾ ਹੁਕਮ ਬੈਠਿਆਂ ਬੈਠਿਆਂ ਚੱਲ ਰਿਹਾ ਹੈ, ਯਾਨੀ ਮੰਜੇ ਤੇ ਬੈਠੇ ਨੇ ਤੇ ਉਹਨਾਂ ਦਾ ਹੁਕਮ ਆ ਰਿਹਾ ਬਾਦਸ਼ਾਹ ਦਾ। ਇਹ ਐਦੀਏ ਦਿੱਲੀ ਤੋਂ ਮੰਜੇ ਤੇ ਬੈਠ ਕੇ ਚੱਲੇ ਹਨ। ਸਭ ਸਮਾਜ ਧਰ ਪਾਸ, ਆਪਣਾ ਖਾਣ ਪੀਣ ਦਾ ਸਮਾਨ ਨਾਲ ਲੈ ਕੇ, ਆਪਣੇ ਨੌਕਰ ਚਾਕਰ ਲੈ ਕੇ। ਕੱਲੇ ਐਦੀਏ ਤਾਂ ਨਹੀਂ ਤੁਰੇ, ਦੋ ਤਾਂ ਐਦੀਏ ਸਨ, ਬਾਕੀ ਉਹਨਾਂ ਦੇ ਨਾਲ 5 7 10 ਬੰਦੇ ਹੋਰ ਵੀ ਸਨ ਜਿਹੜੇ ਦਿੱਲੀ ਤੋਂ ਨੌਕਰ ਚਾਕਰਾਂ ਨੂੰ ਲੈ ਕੇ ਤੁਰੇ ਹਨ। ਨਿਕਸੇ ਪੁਰ ਤੇ ਨਰਨ ਸਿਰ, ਇਹ ਲੋਕਾਂ ਦੇ ਸਿਰ ਦੇ ਉੱਤੇ ਸਵਾਰੀ ਕਰਦੇ ਸਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕਵੀਰਾਜ ਜੀ ਨੇ ਲਿਖਿਆ ਹੈ, ਜਦੋਂ ਸਤਿਗੁਰੂ ਕਲਗੀਧਰ ਜੀ ਨੇ ਜਫਰਨਾਮਾ ਭੇਜਿਆ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੂੰ ਭੇਜਿਆ, ਤਾਂ ਮਹਾਰਾਜ ਨੇ ਵੀ ਐਦੀਏ ਬਣਾ ਕੇ ਭੇਜਿਆ। ਤੇ ਸਤਿਗੁਰੂ ਦੀ ਕਲਾ ਐਸੀ ਵਰਤੀ, ਹਾਲਾਂਕਿ ਔਰੰਗਜ਼ੇਬ ਦਾ ਤਾਂ ਚਲੋ ਰਾਜਸੀ ਸਿਸਟਮ ਸੀ ਨਾ, ਉਹਨਾਂ ਦਾ ਤਾਂ ਸਰਕਾਰੀ ਪ੍ਰਬੰਧ ਸੀਗਾ, ਉਹਨਾਂ ਦੇ ਤੇ ਮੰਜੇ ਚੁੱਕਣੇ ਹੀ ਹੋਏ ਲੋਕਾਂ ਨੇ। ਮਹਾਰਾਜ ਦੀ ਖੇਡ ਐਸੀ ਵਰਤੀ ਵੀ ਭਾਈ ਸਾਹਿਬ ਦਇਆ ਸਿੰਘ ਭਾਈ ਧਰਮ ਸਿੰਘ ਜੀ ਵੀ ਮੰਜੇ ਤੇ ਬੈਠੇ ਤੇ ਸੰਗਤਾਂ ਹੀ ਚੁੱਕੀ ਗਈਆਂ, ਔਰੰਗਾਬਾਦ ਤੱਕ ਪਹੁੰਚਾ ਦਿੱਤਾ। ਇਹ ਕਲਾ ਵਰਤਾਈ, ਸਤਿਗੁਰੂ ਨੂੰ ਦੱਸ ਦਿੱਤਾ ਵੀ ਸੱਚੇ ਪਾਤਸ਼ਾਹ ਦੀ ਪਾਵਰ ਘੱਟ ਨਹੀਂ ਹੈ। ਸੋ ਉਸ ਤੋਂ ਪਹਿਲਾਂ ਇਹ ਜ਼ਿਕਰ ਆ ਰਿਹਾ ਵੀ ਬਾਦਸ਼ਾਹ ਔਰੰਗਜ਼ੇਬ ਦੇ ਐਦੀਏ ਮੰਜੇ ਤੇ ਬੈਠੇ ਨੇ, ਦਿੱਲੀ ਤੋਂ ਨਿਕਲੇ ਹਨ। ਉਰਦ ਉਠਾਏ ਸਤਾਸ, ਸਿਰ ਦੇ ਉੱਤੇ ਮੰਜੇ ਲੋਕਾਂ ਨੇ ਚੁੱਕ ਲਏ ਹਨ ਤੇ ਲੋਕ ਉਹਨਾਂ ਦਾ ਮੰਜਾ ਇੱਕ ਪਿੰਡ ਤੋਂ ਦੂਜੇ ਪਿੰਡ ਪਹੁੰਚਾਉਂਦੇ ਹਨ। ਚੌਪਈ ਆਗੇ ਗ੍ਰਾਮ ਗਮਨ ਤੇ ਆਵੈ, ਰਸਤੇ ਵਿੱਚ ਜਿਹੜੇ ਜਿਹੜੇ ਪਿੰਡ ਆਉਂਦੇ ਹਨ, ਪਾਛਲ ਨਰ ਤਿਨ ਖਾਟ ਟਿਕਾਵੈ, ਪਿਛਲੇ ਪਿੰਡ ਵਾਲੇ ਉਸ ਪਿੰਡ ਜਾ ਕੇ ਮੰਜਾ ਲਾ ਦਿੰਦੇ ਹਨ, ਕਿਸੇ ਦਰਖਤ ਥੱਲੇ, ਛਾਇਆ ਥੱਲੇ। ਤਹ ਤੇ ਨਏ ਨਿਕਾਸ ਬਿਗਾਰੀ, ਉਸ ਪਿੰਡ ਤੋਂ ਨਵੇਂ ਵਿਗਾੜੀ ਕੱਢੇ ਜਾਂਦੇ, ਨਵੇਂ ਬੰਦੇ ਬੁਲਾਏ ਜਾਂਦੇ, ਆਓ ਬਈ ਬਾਦਸ਼ਾਹ ਦੇ ਐਦੀਆਂ ਨੂੰ ਅਗਲੇ ਪਿੰਡ ਛੱਡ ਕੇ ਆਓ। ਆਏ ਉਠਾਵਹਿ ਲੈ ਸਿਰ ਧਾਰੀ, ਉਹ ਪਿੰਡ ਵਾਲੇ ਵਿਚਾਰੇ ਆ ਕੇ ਫਿਰ ਮੰਜਾ ਚੁੱਕਦੇ ਨੇ, ਉਹ ਫਿਰ ਅਗਲੇ ਪਿੰਡ ਤਾਈਂ ਉੱਚੇ ਸਿਰ ਦੇ ਉੱਤੇ ਲਈ ਜਾਂਦੇ ਨੇ। ਬੈਠ ਮੰਚ ਪਰ ਪੰਥ ਭਿਆਨ ਹੈ, ਇਹ ਐਦੀਏ ਮੰਜੇ ਤੇ ਬਹਿ ਕੇ ਸਫ਼ਰ ਕਰਦੇ ਹਨ, ਸਰਬ ਪ੍ਰਜਾ ਪਰ ਹੁਕਮ ਬਖਾਨ ਹੈ। ਕਿਉਂਕਿ ਬਾਦਸ਼ਾਹ ਦਾ ਹੁਕਮ ਲੈ ਕੇ ਆ ਰਹੇ ਨੇ। ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਕੋਈ ਛੋਟੇ ਮੋਟੇ ਬੰਦੇ ਨਹੀਂ, ਇਹ ਬਾਦਸ਼ਾਹ ਦਾ ਹੁਕਮ ਆ ਰਿਹਾ, ਹੁਕਮ ਦਾ ਸਤਿਕਾਰ ਹੈ। ਸੋ ਸਾਰੀ ਪ੍ਰਜਾ ਤੇ ਵੀ ਹੁਕਮ ਕਰਦੇ ਨੇ। ਜਿਹੜੇ ਪਿੰਡ ਰਾਤ ਪੈਂਦੀ ਹੈ ਉੱਥੇ ਫਿਰ ਖਾਣਾ ਦਾਣਾ ਵੀ ਉਹਨਾਂ ਦਾ ਪਿੰਡ ਵਾਲੇ ਕਰਦੇ ਨੇ। ਦੇਤ ਸਭਨ ਤੇ ਘ੍ਰਿਤ ਮਿਸ਼ਟਾਨ, ਪਿੰਡ ਵਾਲਿਆਂ ਨੂੰ ਕਹਿੰਦੇ ਨੇ ਵਧੀਆ ਖਾਣਾ ਤਿਆਰ ਕਰੋ, ਘਿਓ ਮਿੱਠਾ ਗੁੜ ਇਦਾਂ ਦੀਆਂ ਚੰਗੀਆਂ ਚੀਜ਼ਾਂ ਪਦਾਰਥ ਬਣਾਉਂਦੇ ਹਨ ਛਕਣ ਵਾਸਤੇ ਇਹਨਾਂ ਦੇ। ਆਮਿਖ ਸੋ ਆਹਾਰ ਕਰ ਖਾਨ, ਕਹਿੰਦੇ ਮੀਟ ਨਾਲ ਹੀ ਰੋਟੀ ਖਾਣੀ ਹੈ। ਜਿੱਥੇ ਜਾਂਦੇ ਆ ਉੱਥੇ ਲੋਕਾਂ ਦੀਆਂ ਗਊਆਂ ਮੱਝਾਂ ਮਾਰ ਲੈਂਦੇ, ਉਹਨਾਂ ਵਿਚਾਰਿਆਂ ਨੂੰ ਜ਼ਬਰਦਸਤੀ ਹੁਕਮ ਹੈ ਮੰਨਣਾ ਪੈਣਾ। ਸੋ ਇਸ ਤਰ੍ਹਾਂ ਦਾ ਰਾਜ ਸੀ ਉਸ ਵੇਲੇ ਮੁਗਲਾਂ ਦਾ। ਕਹਿੰਦੇ ਮਾੜੀ ਮੋਟੀ ਰੋਟੀ ਨਹੀਂ ਸੀ ਖਾਂਦੇ, ਤਗੜੀ ਵਧੀਆ ਸਾਫ ਸੁਥਰੀ ਚੰਗੀ ਮਹਿੰਗੀ ਰੋਟੀ ਖਾਂਦੇ ਹਨ। ਸਨੇ ਸਨੇ ਮਾਰਗ ਮਹਿ ਚੱਲ ਹੈ, ਇਹ ਸਹਜੇ ਸਹਜੇ ਦਿੱਲੀ ਤੋਂ ਤੁਰ ਪਏ ਹਨ। ਨਿਤ ਆਨੰਦਪੁਰ ਨਾਮ ਸੰਭਾਲ ਹੈ, ਤੇ ਰੋਜ਼ ਆਨੰਦਪੁਰ ਸਾਹਿਬ ਦਾ ਨਾਮ ਲੈਂਦੇ ਵੀ ਆਨੰਦਪੁਰ ਸਾਹਿਬ ਜਾਣਾ, ਆਨੰਦਪੁਰ ਸਾਹਿਬ ਜਾਣਾ।
ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ ਤੁਰੇ ਹੀ ਜਾਂਦੇ ਹਨ। ਚਲਤ ਚਲਤ ਕੇਤਿਕ ਦਿਨ ਮਾਹੀ, ਚਲਦੇ ਚਲਦੇ ਕੁਝ ਦਿਨਾਂ ਦੇ ਵਿੱਚ ਨਰਨ ਸੀਸ ਪਰ ਉਠੇ ਸੁਜਾਹੀ, ਲੋਕਾਂ ਦੇ ਸਿਰ ਦੇ ਉੱਤੇ ਹੀ ਮੰਜੇ ਰੱਖੇ ਤੁਰੇ ਜਾਂਦੇ ਹਨ। ਸਤੁਦਰਵ ਤੀਰ ਪਹੁੰਚੇ ਸੋ ਆਏ, ਪੁਆਧ ਦਾ ਇਲਾਕਾ, ਜਿਵੇਂ ਸਾਧ ਸੰਗਤ ਜੀ, ਇੱਕ ਮਾਝਾ ਹੈ, ਇੱਕ ਮਾਲਵਾ ਹੈ, ਇੱਕ ਦੁਆਬਾ ਹੈ, ਇੱਕ ਪੁਆਧ ਹੈ। ਇਹ ਪੁਰਾਣਾ ਪੰਜਾਬ ਬਹੁਤ ਵੱਡਾ ਸੀ। ਅਸੀਂ ਤਾਂ ਹੁਣ ਬਹੁਤ ਛੋਟਾ ਜਿਹਾ, ਜਿਵੇਂ ਕਹਿੰਦੇ ਵੀ ਚਿੜੀ ਦੇ ਪੰਜੇ ਵਰਗਾ ਪੰਜਾਬ ਬਣਾ ਲਿਆ। ਪਹਿਲਾ ਪੰਜਾਬ ਬਹੁਤ ਮਹਾ ਪੰਜਾਬ ਹੁੰਦਾ ਸੀ। ਦਿੱਲੀ ਤੋਂ ਪਰਾਂ ਇੱਕ ਮਥੁਰਾ ਦੇ ਕੋਲ ਕੋਸੀ ਸ਼ਹਿਰ ਹੈ। ਕੋਸੀ ਇੱਕ ਕਸਬਾ ਕਹਿ ਲਓ, ਮਥੁਰਾ ਦੇ ਕੋਲ ਆ। ਦਿੱਲੀ ਤੋਂ ਲਗਭਗ 100 ਕਿਲੋਮੀਟਰ ਹੋਰ ਪਰਾਂ ਚਲੇ ਜਾਓ, ਉੱਥੇ ਪੰਜਾਬ ਦਾ ਬਾਰਡਰ ਦਾ ਬੋਰਡ ਲੱਗਾ ਹੋਇਆ, ਅੰਗਰੇਜ਼ੀ ਵਿੱਚ ਲਿਖਿਆ, ਪੰਜਾਬ ਉਰਦੂ 'ਚ ਵੀ ਲਿਖਿਆ। ਉਹ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਵੀ ਇੱਥੋਂ ਪੰਜਾਬ ਸ਼ੁਰੂ ਹੁੰਦਾ। ਤਾਂ ਉਹਦੇ ਵਿੱਚ ਬਾਂਗਰ, ਜਿਹਨੂੰ ਅੱਜ ਕੱਲ੍ਹ ਹਰਿਆਣਾ ਕਹਿੰਦੇ, ਇਹ ਵੀ ਪੰਜਾਬ ਦਾ ਹਿੱਸਾ ਸੀ। ਬਾਂਗਰ, ਲਾਦਰ, ਖਾਦਰ, ਪੁਆਧ, ਮਾਲਵਾ, ਦੁਆਬਾ, ਮਾਝਾ, ਲੰਮਾ ਦੇਸ਼, ਨੱਕਾ ਦੇਸ਼ ਪਾਕਿਸਤਾਨ 'ਚ ਰਹਿ ਗਏ। ਇਹ ਕੁੱਲ ਮਿਲਾ ਕੇ ਪੰਜਾਬ ਐਡਾ ਵੱਡਾ ਹੁੰਦਾ ਸੀ। ਸੋ ਪੰਜਾਬ ਦਾ ਇੱਕ ਇਲਾਕਾ ਹੈ ਪੁਆਧ, ਚੰਡੀਗੜ੍ਹ ਉਹਦਾ ਸੈਂਟਰ ਹੈ। ਉਹਦੇ ਕੋਲੋਂ ਅੱਗੇ ਚੱਲ ਕੇ ਦਰਿਆ ਸਤਲੁਜ ਦੇ ਕੰਢੇ ਤੇ, ਜਿੱਥੇ ਸ੍ਰੀ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦਾ ਇਲਾਕਾ ਹੈ, ਉੱਥੇ ਪਹੁੰਚੇ ਹਨ। ਕਰਤ ਹੁਕਮ ਕੋ ਗਨਮਤ ਜਾਏ, ਔਰ ਇਹ ਹੁਕਮ ਚਲਾਉਂਦੇ ਜਾ ਰਹੇ ਨੇ। ਜਿੱਥੇ ਜਾਂਦੇ ਨੇ ਰਾਤ ਨੂੰ ਲੋਕਾਂ ਨੂੰ ਕਹਿੰਦੇ ਆਹ ਲਿਆਓ, ਖਾਣਾ ਵਧੀਆ ਬਣਾਓ। ਹੁਕਮ ਚਲਾਉਂਦੇ ਨੇ, ਆਪਣੀ ਪੂਰੀ ਮਰਜ਼ੀ ਨਾਲ ਚੱਲਦੇ ਨੇ। ਆਏ ਅਨੰਦਪੁਰ ਕੀਨਸ ਡੇਰਾ, ਔਰ ਤੁਰਦੇ ਤੁਰਦੇ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚੇ। ਉੱਥੇ ਆ ਡੇਰਾ ਕੀਤਾ ਹੈ। ਚੜੇ ਮੰਚ ਬੈਠੇ ਤਿਸ ਬੇਰਾ, ਲੋਕਾਂ ਨੇ ਲਿਆ ਕੇ ਇਹਨਾਂ ਦਾ ਮੰਜਾ ਜਦੋਂ ਅਨੰਦਪੁਰ ਉਤਾਰਿਆ, ਉਸੇ ਪਲੰਘੇ ਤੇ ਬੈਠੇ ਹਨ। ਖਾਨ ਪਾਨ ਕਰ ਨਿਸਾ ਬਤਾਈ, ਖਾਨ ਪਾਨ ਕਰਕੇ ਰਾਤ ਗੁਜ਼ਾਰੀ ਹੈ ਇਹਨਾਂ ਨੇ। ਜਾਗੇ ਪੁੰਨ ਪ੍ਰਭਾਤ ਹੋਏ ਆਈ, ਅਗਲਾ ਦਿਨ ਸਵੇਰ ਅੰਮ੍ਰਿਤ ਵੇਲੇ ਉੱਠੇ ਹਨ। ਬੈਠਣ ਸਭਾ ਸਮਾ ਸੁਨ ਕਰਕੇ, ਇਹਨਾਂ ਨੇ ਪਤਾ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਦੋਂ ਦੀਵਾਨ ਲਾਉਂਦੇ ਨੇ। ਉਹਨਾਂ ਦੇ ਦੀਵਾਨ ਦਾ ਸਮਾਂ ਹੋਇਆ। ਗੁਰੂ ਸਾਹਿਬ ਜਦੋਂ ਦੀਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਗੁਰ ਸੋ ਮਿਲਨ ਲਾਲਸਾ ਧਰ ਕੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਦੀ ਇੱਛਾ ਕੀਤੀ ਹੈ। ਭਈ ਤਿਆਗ ਅਹਦੀ ਤਬ ਦਾਉਨ, ਇਹ ਦੋਵੇਂ ਇਹਦੀ ਤਿਆਰ ਹੋਏ ਨੇ ਗੁਰੂ ਦਰਬਾਰ ਵਿੱਚ ਜਾਣ ਲਈ। ਥਿਰਤਾ ਸਿੰਘ ਪੌਰ ਗਹਿ ਤਾਉਨ, ਆ ਕੇ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਜੋ ਮੁੱਖ ਗੇਟ ਹੈ ਗੁਰੂ ਘਰ ਦਾ, ਉਹਨੂੰ ਸਿੰਘ ਪੌਰ ਕਹਿੰਦੇ ਆ। ਸਿੰਘ ਪੌਰ ਤੇ ਖਲੋ ਗਏ ਹਨ। ਸੁਧ ਸਤਿਗੁਰ ਕੇ ਨਿਕਟ ਪਠਾਇਬ, ਗੁਰੂ ਮਹਾਰਾਜ ਦੇ ਕੋਲ ਖਬਰ ਭੇਜੀ ਹੈ ਵੀ ਗੁਰੂ ਸਾਹਿਬ ਜੀ ਤੁਹਾਨੂੰ ਮਿਲਣ ਲਈ ਦੋ ਅਹਿਦੀਏ ਬਾਦਸ਼ਾਹ ਔਰੰਗਜ਼ੇਬ ਵੱਲੋਂ ਆਏ ਹਨ। ਸ਼ਾਹੋ ਹੁਕਮ ਤੇ ਹਮ ਚਲ ਆਇਬ, ਜਿਹੜਾ ਗੇਟਕੀਪਰ, ਪਹਿਰੇਦਾਰ, ਗੁਰੂ ਘਰ ਦਾ ਡਿਊਟੀ ਬਰਦਾਰ ਗੁਰਸਿੱਖ ਹੋਵੇਗਾ ਕੋਈ, ਉਹਨੂੰ ਮਿਲੇ ਹਨ। ਉਹਨੂੰ ਦੱਸਿਆ ਵੀ ਅਸੀਂ ਬਾਦਸ਼ਾਹ ਵੱਲੋਂ ਆਏ ਹਾਂ। ਗੁਰੂ ਹਕਾਰਨ ਦਿੱਲੀ ਪੁਰ ਮੈਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਹੈ। ਉਹਨਾਂ ਦੇ ਦਰਸ਼ਨ ਕਰਨੇ ਹਨ। ਦਿੱਲੀ ਪਤ ਚਾਹਤ ਭਾਉਰ ਮੈਂ, ਬਾਦਸ਼ਾਹ ਸਲਾਮਤ ਜਪਨਾ ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਇਸ ਕਾਰਜ ਕੋ ਹਮ ਚਲ ਆਏ, ਇਸ ਕੰਮ ਲਈ ਅਸੀਂ ਆਏ ਹਾਂ। ਸਾਡੀ ਇਹ ਡਿਊਟੀ ਹੈ ਗੁਰੂ ਸਾਹਿਬ ਜੀ ਨੂੰ ਬਾਦਸ਼ਾਹ ਦਾ ਸੁਨੇਹਾ ਦੇਣਾ ਹੈ। ਮਿਲਿਓ ਚਾਹੇ ਤਿਨ ਦਰਸ਼ਨ ਪਾਏ, ਅਸੀਂ ਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਾਂ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਸੁਨਤ ਪਾਸ ਗੁਰਦਾਸ ਭਿਆਨਾ, ਗੁਰੂ ਘਰ ਦਾ ਸੇਵਾਦਾਰ ਜਿਹੜਾ ਡਿਊਟੀ ਤੇ ਖੜਾ ਸੀ, ਉਹ ਗੁਰੂ ਸਾਹਿਬ ਨੂੰ ਖਬਰ ਦੇਣ ਲਈ ਗੁਰੂ ਸਾਹਿਬ ਦੇ ਕੋਲ ਗਿਆ। ਸਭ ਪ੍ਰਸੰਗ ਇਹ ਦੀਨ ਬਖਾਨਾ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਹੱਥ ਜੋੜ ਕੇ ਸੇਵਾਦਾਰ ਨੇ ਇਹਦੀਆਂ ਦੇ ਆਉਣ ਦੀ ਖਬਰ ਦਿੱਤੀ ਹੈ। ਥਿਰੇ ਪੌਰ ਦਵੈ ਸ਼ਾਹੇ ਪਠਾਏ, ਇਹ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ ਦੇ ਭੇਜੇ ਹੋਏ ਦੋ ਅਹਿਦੀਏ ਦਰਵਾਜ਼ੇ ਤੇ ਖੜੇ ਹਨ। ਕਹੈ ਸੋ ਹਮ ਲੈਬੇ ਗੁਰ ਆਏ,
ਕਹਿੰਦੇ ਹਨ ਅਸੀਂ ਗੁਰੂ ਜੀ ਨੂੰ ਲੈਣ ਆਏ ਆ, ਬਾਦਸ਼ਾਹ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ। ਅੰਤਰਜਾਮੀ ਸ੍ਰੀ ਗੁਰਦੇਵ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਅੰਤਰਜਾਮੀ ਜਾਣੀ ਜਾਣ ਪਾਤਸ਼ਾਹ ਨੇ ਜਦੋਂ ਇਹ ਬਚਨ ਸੁਣਿਆ, ਭੂਤ ਭਵਿਖ ਲਖ ਹੈ ਸਭ ਭੇਵ। ਜਿਹੜੇ ਸਤਿਗੁਰੂ ਜੀ ਭੂਤ ਅਤੇ ਭਵਿੱਖ ਦੇ ਗਿਆਤਾ ਹਨ, ਜੋ ਪਿੱਛੇ ਹੋ ਚੁੱਕਾ ਹੈ ਉਹ ਵੀ ਸਭ ਜਾਣਦੇ ਹਨ, ਜੋ ਅੱਗੇ ਹੋਣਾ ਹੈ ਉਹ ਵੀ ਸਭ ਜਾਣਦੇ ਹਨ। ਸਹਿਜ ਸੁਭਾਇਕ ਬਾਕ ਉਚਾਰੇ। ਸਤਿਗੁਰੂ ਜੀ ਸਹਿਜ ਸੁਭਾਅ ਹੀ ਇਹ ਬਚਨ ਕੀਤੇ। ਆਏ ਜਮ ਕੇ ਅਬ ਹੈ ਪ੍ਰਬਾਰੇ। ਮਹਾਰਾਜ ਕਹਿੰਦੇ ਆ ਗਏ ਜਮਦੂਤ, ਇਹ ਜਮਾਂ ਦੇ ਰਬਾਰੇ ਆ ਗਏ। ਭਾਵ ਇਹ ਬਾਦਸ਼ਾਹ ਵੱਲੋਂ ਜਿਹੜਾ ਮੈਸੇਜ ਆਇਆ, ਇਹ ਦੁਸ਼ਟਾਂ ਵੱਲੋਂ, ਪਾਪੀਆਂ ਵੱਲੋਂ ਕੋਈ ਅਗੰਮੀ ਖੇਡ ਵਰਤਾਏਗਾ। ਲਖੀ ਜਾਏ ਨੀਕੇ ਇਹ ਬਾਤ। ਮਹਾਰਾਜ ਕਹਿੰਦੇ ਇਹ ਇਸ ਗੱਲ ਤੋਂ ਪਤਾ ਲੱਗ ਰਿਹਾ ਹੈ, ਅਵਸਰ ਪੂਰਨ ਕੋ ਬਿਰਤਾਂਤ। ਜਿਹੜਾ ਬਚਨ ਪੰਡਤਾਂ ਨਾਲ ਹੋਇਆ ਸੀ ਉਹਦਾ ਵੀ ਸਾਨੂੰ ਸੰਕੇਤ ਮਿਲ ਰਿਹਾ ਹੈ, ਤੇ ਜੋ ਅੱਗੇ ਸਮਾਂ ਹੋਣਾ ਹੈ ਸਰੀਰ ਦੇ ਅੰਤ ਦਾ, ਉਹਦਾ ਵੀ ਅਵਸਰ ਪੂਰਨ ਕੋ ਬਿਰਤਾਂਤ। ਯਾਨੀ ਇਹ ਸਰੀਰ ਦੀ ਖੇਡ ਸਮਾਪਤ ਹੋਣੀ ਹੈ, ਉਹ ਬਿਰਤਾਂਤ ਵੀ ਸਮਾਂ ਨਜ਼ਰ ਆ ਰਿਹਾ ਹੈ। ਸੁਨ ਕੈ ਮਤੀ ਦਾਸ ਤਬ ਕਹਿਓ। ਉਸ ਵੇਲੇ ਭਾਈ ਮਤੀ ਦਾਸ ਸਤਿਗੁਰੂ ਜੀ ਦੇ ਦੀਵਾਨ ਇਹ ਬਚਨ ਸੁਣ ਰਹੇ ਸਨ, ਹੱਥ ਜੋੜ ਕੇ ਕਹਿਣ ਲੱਗੇ, ਸ਼੍ਰੀ ਪ੍ਰਭ ਕਹਾਂ ਆਪ ਇਹ ਲਹਿਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਕੀ ਦੇਖ ਰਹੇ ਹੋ? ਆਉਣ ਵਾਲੇ ਸਮੇਂ ਦੀ ਕਿਹੜੀ ਗੱਲ ਆਪ ਜੀ ਨੂੰ ਨਜ਼ਰ ਆਈ ਹੈ ਜੋ ਆਪ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ? ਗੁਰ ਘਰ ਕੋ ਉਰ ਸ਼ਾਹੋ ਲਖੰਤਾ। ਮਹਾਰਾਜ ਗੁਰੂ ਘਰ ਦੀ ਮਹਿਮਾ ਨੂੰ ਤਾਂ ਬਾਦਸ਼ਾਹ ਚੰਗੀ ਤਰ੍ਹਾਂ ਜਾਣਦਾ ਹੈ, ਉਹਨੂੰ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਹ ਬਹੁਤ ਵੱਡੀਆਂ ਤਾਕਤਾਂ ਹਨ ਗੁਰੂ ਪਰਮੇਸ਼ਰ ਦੀਆਂ। ਇਹਦੇ ਵਿੱਚ ਅਗੰਮੀ ਕਲਯੁਗ ਦਾ ਰਾਜ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਰਮੇਸ਼ਰ ਵੱਲੋਂ ਮਿਲਿਆ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਤੇ ਐਸੀ ਵੱਡੀ ਗੱਦੀ ਦੇ ਨਾਲ ਬਾਦਸ਼ਾਹ ਬਦਸਲੂਕੀ ਕਰ ਸਕਦਾ? ਇਹ ਮਹਾਰਾਜ ਸਮਝ ਤੋਂ ਬਾਹਰ ਦੀ ਗੱਲ ਹੈ। ਰਖ ਹੈ ਦਾਇਬ ਨਮਰ ਬਨੰਤਾ। ਅਕਸਰ ਨੂੰ ਔਰੰਗਜ਼ੇਬ ਪੜ੍ਹਿਆ ਲਿਖਿਆ ਸਮਝਦਾਰ ਬੰਦਾ ਹੈ, ਉਹਨੂੰ ਰਾਜਨੀਤੀ ਦੀ ਵੀ ਸਮਝ ਹੈ, ਉਹਨੂੰ ਆਪਣੇ ਦੇਸ਼ ਦੀ ਹਾਲਾਤ ਦਾ ਵੀ ਪਤਾ ਹੈ, ਉਹ ਤਾਂ ਜ਼ਰੂਰ ਅਦਬ ਰੱਖੇਗਾ। ਗੁਰੂ ਘਰ ਦਾ ਨਿਰਾਦਰ ਅਪਮਾਨ ਕਰਨ ਦੀ ਸੋਚ ਵੀ ਨਹੀਂ ਸਕੇਗਾ। ਰਾਮ ਰਾਏ ਕੋ ਬਹੁ ਧਨ ਦੀਨ। ਦੇਖੋ ਬਾਬਾ ਰਾਮ ਰਾਏ ਜੀ ਹੋਰਾਂ ਦਾ ਕਿੰਨਾ ਸਨਮਾਨ ਕੀਤਾ ਹੈ। ਬਾਬਾ ਰਾਮ ਰਾਏ ਜੀ ਨੂੰ ਕਿੰਨਾ ਧਨ, ਕਿੰਨੀ ਮਾਇਆ ਦਿੱਤੀ ਹੈ। ਨਿਕਟ ਬਿਠਾਏ ਸੁਭਾਸਨ ਦੀਨ। ਬਾਦਸ਼ਾਹ ਦੀ ਕਚਹਿਰੀ ਵਿੱਚ ਜਿੱਥੇ ਸਾਰੇ ਖਲੋ ਕੇ ਗੱਲਬਾਤ ਕਰ ਸਕਦੇ ਨੇ, ਬਹਿਣ ਦਾ ਕਿਸੇ ਨੂੰ ਆਰਡਰ ਨਹੀਂ, ਉੱਥੇ ਬਾਬਾ ਰਾਮ ਰਾਏ ਦੀ ਗੱਦੀ ਬਾਦਸ਼ਾਹ ਦੇ ਬਰਾਬਰ ਲੱਗਦੀ ਰਹੀ ਹੈ। ਬਾਦਸ਼ਾਹ ਰਾਮ ਰਾਏ ਤੋਂ ਪੁੱਛੇ ਤੋਂ ਬਿਨਾਂ ਕਦਮ ਨਹੀਂ ਸੀ ਧਰਦਾ। 13,000 ਰੁਪਈਆ ਰੋਜ਼ ਬਾਬੇ ਰਾਮ ਰਾਏ ਦੇ ਲੰਗਰਾਂ ਦਾ ਖਰਚਾ ਦਿੰਦਾ ਸੀ। ਜਿੱਥੇ ਗੁਰਦੁਆਰਾ ਮਜਨੂ ਦਾ ਟਿੱਲਾ ਹੈ, ਪਹਿਲੀ ਪਾਤਸ਼ਾਹੀ ਤੇ 6ਵੀਂ ਪਾਤਸ਼ਾਹੀ ਦਾ ਸਥਾਨ ਹੈ, ਉੱਥੇ ਬਾਬਾ ਰਾਮ ਰਾਏ ਜੀ ਆਪਣਾ ਪੜਾਅ ਕੀਤਾ ਹੋਇਆ ਸੀ। ਹਜ਼ਾਰਾਂ ਸੰਗਤਾਂ ਉੱਥੇ ਰੋਜ਼ ਆ ਕੇ ਕੀਰਤਨ ਸੁਣਦੀਆਂ, ਕਥਾ ਸੁਣਦੀਆਂ ਤੇ ਲੰਗਰ ਛਕਦੀਆਂ ਸਨ। ਲੰਗਰ ਦਾ ਖਰਚਾ ਬਹੁਤ ਸੀ। ਬਾਦਸ਼ਾਹ 13,000 ਰੁਪਏ ਦੀ ਰਸਤ ਰੋਜ਼ ਦਿੰਦਾ ਸੀ। ਇਤਿਹਾਸ ਵਿੱਚ ਆਉਂਦਾ ਉਸ ਵੇਲੇ ਕਿੰਨੀਆਂ ਲੱਖਾਂ ਸੰਗਤਾਂ ਦਾ ਲੰਗਰ ਪਾਣੀ ਚੱਲਦਾ ਸੀ। ਕਿੰਨਾ ਸਤਿਕਾਰ ਸੀ ਬਾਬੇ ਰਾਮ ਰਾਏ ਦਾ। ਅਬ ਲਓ ਬਣੀ ਬਾਤ ਸ਼ੁਭ ਤਾਹੀ। ਅਜੇ ਤੱਕ ਵੀ ਰਾਮ ਰਾਏ ਦੀ ਪੂਰੀ ਇੱਜ਼ਤ ਹੈ, ਪੂਰੀ ਚੜ੍ਹਤ ਹੈ। ਬਾਦਸ਼ਾਹ ਦੇ ਦਰਬਾਰ ਵਿੱਚ ਉਹਦੀ ਗੱਲ ਮਨੀਂਦੀ ਹੈ। ਭਾਉ ਧਰੈ ਤਿਮ ਹੀ ਤੁਮ ਮਾਹੀ। ਜਿਵੇਂ ਗੁਰੂ ਜੀ, ਰਾਮ ਰਾਏ ਤਾਂ ਫਿਰ ਤੁਹਾਡਾ ਪੋਤਾ ਹੈ, ਤੁਸੀਂ ਤਾਂ ਦਾਦੇ ਹੋ। ਜਿਵੇਂ ਉਹ ਰਾਮ ਰਾਏ ਦੀ ਇੱਜ਼ਤ ਕਰਦਾ ਤੇ ਤੁਹਾਡੀ ਨਹੀਂ ਕਰੇਗਾ। ਜੇ ਪੋਤੇ ਦੀ ਕਰਦਾ ਹੈ ਤੇ ਦਾਦੇ ਦਾ ਵੀ ਤਾਂ ਭੈ ਮੰਨੇਗਾ ਉਹ। ਸਤਿਗੁਰੂ ਜੀ, ਇਦਾਂ ਨਹੀਂ ਹੋ ਸਕਦਾ ਵੀ ਔਰੰਗਜ਼ੇਬ ਤੁਹਾਡੇ ਨਾਲ ਕੋਈ ਮਾੜਾ ਚੰਗਾ ਬਚਨ ਕਰੇ, ਜਾਂ ਤੁਹਾਡੇ ਨਾਲ ਉੱਚਾ ਨੀਵਾਂ ਬੋਲੇ, ਜਾਂ ਤੁਹਾਡੀ ਨਿਰਾਦਰੀ ਕਰੇ। ਇਸ ਤਰ੍ਹਾਂ ਦਾ ਸੋਚਿਆ ਵੀ ਨਹੀਂ ਜਾ ਸਕਦਾ।
ਕਰਹੁ ਸ਼ਾਹੋ ਸੋ ਮੇਲ ਸੁਖਾਰੀ। ਪਾਤਸ਼ਾਹ ਆਪ ਜੀ ਬੜੇ ਸੌਖੇ ਹੀ ਬਾਦਸ਼ਾਹ ਨਾਲ ਗੱਲਬਾਤ ਕਰ ਸਕਦੇ ਹੋ। ਕਹਾਂ ਕਹਿਤ ਹਉ ਬਾਕ ਦੁਖਾਰੀ। ਮਹਾਰਾਜ ਸਾਨੂੰ ਡਰਾਉਣ ਵਾਲੇ ਬਚਨ ਕਿਉਂ ਕਰਦੇ ਹੋ? ਸੁਨ ਸ਼੍ਰੀ ਤੇਗ ਬਹਾਦਰ ਕਹਿਓ। ਬਾਬਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਤੀ ਦਾਸ ਜੀ ਦੇ ਬਚਨ ਸੁਣੇ, ਸੋ ਹੋਏ ਹੈ ਜੋ ਪਰਮੇਸ਼ਵਰ ਚਾਹਿਓ। ਕਹਿਣ ਲੱਗੇ ਮਤੀ ਦਾਸ ਜੀ ਹੋਣਾ ਉਹੀ ਹੈ ਜੋ ਪਰਮੇਸ਼ਰ ਚਾਹੁੰਦਾ। ਮਾਨੁਕ ਕਛ ਨਾਹੀ ਹਾਥ, ਮਨੁੱਖ ਦੇ ਹੱਥ ਨਾ ਔਰੰਗਜ਼ੇਬ ਦੇ ਹੱਥ ਹੈ, ਨਾ ਕਿਸੇ ਹੋਰ ਦੇ ਹੱਥ ਹੈ। ਸਾਰੀ ਖੇਡ ਉਸ ਕਰਤੇ ਪੁਰਖ ਦੇ ਹੱਥ ਹੈ। ਹਮਰੋ ਮੇਲ ਨ ਬਨੈ ਕਦਾਈ। ਬਾਕੀ ਬਾਦਸ਼ਾਹ ਨਾਲ ਸਾਡਾ ਮੇਲ ਬਣ ਨਹੀਂ ਸਕਦਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਬੰਦਿਆਂ ਦੀ ਬਿਰਤੀ ਸੰਸਾਰੀ ਹੁੰਦੀ ਹੈ, ਭਗਤਾਂ ਦੀ ਅਕਾਲ ਪੁਰਖ ਨਾਲ ਜੁੜੀ ਹੁੰਦੀ ਹੈ। ਤੋ ਔਰੰਗਜ਼ੇਬ ਰਾਜਨੀਤਿਕ ਬੰਦਾ ਹੈ, ਰਾਮ ਰਾਹੀ ਦੀ ਬਣ ਗਈ ਹੋਣੀ ਉਹਦੇ ਨਾਲ, ਸਾਡੀ ਨਹੀਂ ਬਣਨੀ। ਕੂਰ ਮਲੇਛ ਸੰਤ ਦੁਖਦਾਈ। ਉਹ ਮੈੜੀ ਇੱਛਾ ਵਾਲਾ ਮਲੇਸ਼ ਹੈ। ਜਿਹਦੀ ਇੱਛਾ ਮਾੜੀ ਹੋਵੇ ਉਹਨੂੰ ਮਲੇਸ਼ ਕਹਿੰਦੇ। ਉਹ ਮਾੜੀ ਇੱਛਾ ਵਾਲਾ ਹੈ, ਸੰਤਾਂ ਦਾ ਵੈਰੀ ਹੈ। ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦਾ ਭੇਦ ਉਹ ਜਾਣਦਾ ਨਹੀਂ। ਉਹ ਕਿਸੇ ਹੋਰ ਹੰਕਾਰ ਵਿੱਚ ਆਫਰਿਆ ਫਿਰਦਾ ਹੈ। ਇਮ ਕਹਿ ਅਹਦੀ ਨਿਕਟ ਬੁਲਾਏ। ਇਦਾਂ ਕਹਿ ਕੇ ਗੁਰੂ ਸਾਹਿਬ ਕਹਿੰਦੇ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ। ਜਿਹੜੇ ਅਹਦੀ ਆਏ ਨਾ ਉਹਨਾਂ ਨੂੰ ਅੰਦਰ ਲੈ ਆਓ। ਤੇ ਸਤਿਗੁਰੂ ਆਪਣੇ ਆਸਣ ਤੇ ਬਿਰਾਜੇ ਰਹੇ। ਸੰਗਤਾਂ ਇਸੇ ਤਰ੍ਹਾਂ ਦੀਵਾਨ ਸਜਿਆ ਹੋਇਆ ਸੀ। ਐਦੀਏ ਗੁਰੂ ਸਾਹਿਬ ਦੇ ਦਰਬਾਰ 'ਚ ਆ ਗਏ। ਵੇਖਨ ਕੇਤ ਅੰਤਰ ਪ੍ਰਭ ਛਾਏ। ਉਹ ਗੁਰੂ ਸਾਹਿਬ ਜੀ ਦਾ ਹੁਕਮ ਆਉਣ ਤੇ ਦਰਬਾਰ ਵਿੱਚ ਸਭਾ ਵਿੱਚ ਪ੍ਰਵੇਸ਼ ਕਰ ਗਏ। ਸਮੁਖ ਬਦਨ ਗੁਰ ਜਬਹਿ ਨਿਹਾਰੇ। ਜਦੋਂ ਜਾ ਕੇ ਸਾਹਮਣੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨੂਰਾਨੀ ਚਿਹਰਾ ਤੱਕਿਆ, ਜਿਵੇਂ ਸੂਰਜ ਚੜ੍ਹਿਆ ਹੁੰਦਾ ਹੈ, ਇੰਨਾ ਮਹਾਰਾਜ ਦੇ ਚਿਹਰੇ ਦਾ ਪ੍ਰਤਾਪ, ਜਾਹੋ ਜਲਾਲ, ਬਹੁਤ ਹੀ ਨੂਰ ਨਾਲ ਭਰਿਆ ਹੋਇਆ ਚਿਹਰਾ ਵੇਖਿਆ। ਤਤ ਛਿਨ ਦੁਰਮਤ ਤਿਨ ਨਿਰਵਾਰੇ। ਆਹ ਕਹਿੰਦੇ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਹੜੀ ਖੋਟੀ ਮੱਤ ਸੀ ਨਾ ਮਨ ਦੇ ਵਿੱਚ, ਹੰਕਾਰ ਸੀ ਵੀ ਅਸੀਂ ਬਾਦਸ਼ਾਹ ਦੇ ਅਹਿਦੀ ਆ, ਅਸੀਂ ਬਾਦਸ਼ਾਹ ਵੱਲੋਂ ਆ, ਸਰਕਾਰੀ ਬੰਦੇ ਆ, ਉਹ ਉਸੇ ਵੇਲੇ ਦੂਰ ਹੋ ਗਈ। ਮਹਾਰਾਜ ਸਾਹਿਬ ਦੇ ਦਰਸ਼ਨ ਕਰਦੇ ਹੀ ਮਨ ਨੀਵਾਂ ਹੋ ਗਿਆ। ਸਮ ਸੰਤਨ ਗੁਰ ਸ਼ਾਂਤ ਸੁਭਾਊ। ਉਹਨਾਂ ਨੇ ਦੂਰੋਂ ਦੇਖਿਆ, ਕਿਉਂਕਿ ਉਹ ਲੋਕ ਵੀ ਬੜੇ ਪੜ੍ਹੇ ਲਿਖੇ ਤੇ ਬੜੇ ਸਮਝੇ ਸੁਲਝੇ ਹੁੰਦੇ ਆ। ਜਿਹੜੇ ਸਰਕਾਰੀ ਬੰਦੇ ਹੁੰਦੇ ਆ ਨਾ, ਉਹਨਾਂ ਨੂੰ ਹਰ ਇੱਕ ਤਰੀਕੇ ਦਾ ਪਤਾ ਹੁੰਦਾ ਵੀ ਬੰਦੇ ਨੂੰ ਕਿਵੇਂ ਜਜਮੈਂਟ ਕਰਨੀ। ਉਹ ਦੂਰੋਂ ਦੇਖਦੇ ਆਏ, ਕਹਿਣ ਲੱਗੇ ਤਾਂ ਕੋਈ ਸਾਧੂ ਹਨ, ਕੋਈ ਸੰਤ ਹਨ, ਕੋਈ ਸਹਿਜ ਸੁਭਾਅ ਸਰਲ ਸੁਭਾਅ ਦੇ ਰੱਬ ਦੇ ਪਿਆਰੇ ਹਨ। ਹਰਖ ਸ਼ੋਕ ਨਹਿ ਲੇਸ਼ ਕਦਾਊ। ਇਹਨਾਂ ਦੇ ਚਿਹਰੇ ਤੇ ਨਾ ਖੁਸ਼ੀ ਹੈ ਨਾ ਗਮੀ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਲੇਸ ਮਾਤਰ ਵੀ ਖੁਸ਼ੀ ਗਮੀ ਨਹੀਂ, ਬਿਰਤੀ ਸਮਾਨ ਅੰਤਰ ਟਿਕੀ ਹੋਈ ਹੈ। ਨਮਰ ਸੀਸ ਕਰ ਕੀਨ ਸਲਾਮ। ਉਹਨਾਂ ਐਦੀਆਂ ਨੇ ਆ ਕੇ ਗੁਰੂ ਸਾਹਿਬ ਨੂੰ ਸਿਰ ਝੁਕਾ ਕੇ ਸਲਾਮ ਕੀਤੀ। ਪਹਿਲਾਂ ਤਾਂ ਉਹ ਕਿਸੇ ਨੂੰ ਏਦਾਂ ਸਲਾਮ ਨਹੀਂ ਸੀ ਕਰਦੇ। ਜਿੱਥੇ ਵੀ ਜਾਂਦੇ ਸੀ ਅਗਲੇ ਪਰਵਾਨਾ ਫੜਾ ਦਿੰਦੇ ਸੀ, ਬਾਦਸ਼ਾਹ ਦਾ ਹੁਕਮ ਹੈ ਚਲੋ। ਪਰ ਅੱਜ ਉਹਨਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਵੀ ਅਸੀਂ ਕਿਸੇ ਦੁਨਿਆਵੀ ਬੰਦੇ ਦੀ, ਕਿਸੇ ਛੋਟੇ ਬੰਦੇ ਦੀ ਕਚਹਿਰੀ 'ਚ ਨਹੀਂ ਆਏ। ਇਹ ਗੁਰੂ ਨਾਨਕ ਦਾ ਦਰਬਾਰ ਹੈ। ਇੱਥੇ ਕੋਈ ਰੱਬੀ ਰਹਿਮਤ, ਕੋਈ ਨੂਰਾਨੀ ਬਖਸ਼ਿਸ਼ ਵਸ ਰਹੀ ਹੈ। ਤੇ ਉਹਨਾਂ ਨੇ ਆ ਕੇ ਹਜੂਰ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਲਾਮ ਕੀਤੀ ਹੈ। ਬੈਠੀ ਦੇਖੀ ਸਭਾ ਤਮਾਮ। ਆਲੇ ਦੁਆਲੇ ਸੈਂਕੜੇ ਗੁਰੂ ਕੇ ਸਿੱਖ ਬੈਠੇ ਹਨ, ਸੰਤ ਭਗਤ ਬੈਠੇ ਨੇ, ਬਾਣੀ ਦੇ ਰਸੀਏ ਬੈਠੇ ਨੇ, ਕੀਰਤਨੀਏ ਬੈਠੇ ਨੇ, ਹਰੀ ਜਸ ਕਰਨ ਵਾਲੇ, ਰੱਬ ਰੱਬ ਕਰਨ ਵਾਲੇ ਬੈਠੇ ਵੇਖੇ ਹਨ। ਨਿਜ ਕਰਤੇ ਦੀਨਸ ਪਰਵਾਨਾ। ਉਹਨਾਂ ਨੇ ਬਾਦਸ਼ਾਹ ਦਾ ਪਰਵਾਨਾ ਜੋ ਲਿਖਤੀ ਸੀ ਨਾਲ ਲੈ ਕੇ ਆਏ ਸੀ, ਆਪਣੀ ਜੇਬ ਚੋਂ ਕੱਢ ਕੇ ਗੁਰੂ ਸਾਹਿਬ ਦੇ ਅੱਗੇ ਰੱਖਿਆ ਹੈ। ਕਰਿਓ ਪੜਾਵਨ ਮਤਲਬ ਜਾਨਾ। ਤੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ, ਭਾਈ ਮਤੀ ਦਾਸ ਜੀ ਨੇ ਪੜ੍ਹ ਕੇ ਸੁਣਾਇਆ। ਇਹ ਉਸ ਵੇਲੇ ਦੀ ਮਰਜ਼ਾਦਾ ਸੀ ਵੀ ਵੱਡੇ ਲੋਕ ਜਿਹੜੇ ਸੀ ਉਹ ਚਿੱਠੀ ਸੁਣਿਆ ਕਰਦੇ ਸੀ, ਆਪ ਨਹੀਂ ਸੀ ਪੜ੍ਹਿਆ ਕਰਦੇ। ਭਾਵੇਂ ਉਹ ਪੜ੍ਹੇ ਲਿਖੇ ਹੁੰਦੇ ਸੀ, ਇਹ ਨਹੀਂ ਵੀ ਉਹ ਅਨਪੜ੍ਹ ਹੁੰਦੇ ਸੀ। ਰਾਜੇ ਮਹਾਰਾਜੇ ਆਪ ਬਹੁਤ ਵਿਦਵਾਨ ਹੁੰਦੇ ਸੀ, ਪਰ ਤਰੀਕਾ ਇਹ ਸੀ ਉਹ ਸੁਣਦੇ ਸੀ। ਆਪ ਪੜ੍ਹਨਾ ਹੋਰ ਗੱਲ ਹੈ, ਬੰਦੇ ਆਪਣੇ ਰੱਖੇ ਹੁੰਦੇ ਸੀ, ਉਹ ਸੁਣਾਉਂਦੇ ਹੁੰਦੇ ਸੀ।
ਸੁਣਨ ਦੇ ਨਾਲ ਜ਼ਿਆਦਾ ਪਤਾ, ਪੜ੍ਹਨ ਵੇਲੇ ਆਪਾਂ ਅੱਖਰਾਂ ਵਿੱਚ ਚਲੇ ਜਾਂਦੇ ਹਾਂ ਕਈ ਵਾਰੀ, ਸੁਣਨ ਵਿੱਚ ਸਾਨੂੰ ਮਤਲਬ ਵੱਲ ਵੀ ਕੀ ਗੱਲ ਕਹੀ ਜਾ ਰਹੀ ਹੈ। ਕਦੀ ਤੁਸੀਂ ਮਹਿਸੂਸ ਕਰਨਾ, ਵੈਸੇ ਪਾਠ ਕਰਨਾ ਵੀ ਚਾਹੀਦਾ ਤਾਂ ਕਿ ਅੱਖਾਂ ਪਵਿੱਤਰ ਹੁੰਦੀਆਂ, ਪਰ ਕਰ ਕਰਕੇ ਇੱਕ ਐਸੀ ਸਟੇਜ ਆਉਂਦੀ ਜਦੋਂ ਸੁਣਨਾ ਚੰਗਾ ਲੱਗਣ ਲੱਗ ਜਾਂਦਾ, ਬਾਣੀ ਸੁਣਿਆ ਆਨੰਦ ਆਉਂਦਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਬਾਦਸ਼ਾਹ, ਰਾਜੇ, ਮਹਾਰਾਜੇ, ਗੁਰੂ ਪੀਰ ਆਪਣੇ ਕੋਲ ਆਈ ਹੋਈ ਚਿੱਠੀ ਸੁਣਿਆ ਕਰਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮਤੀ ਦਾਸ ਵਰਗਿਆਂ ਨੂੰ ਕਿਹਾ, ਸੁਣਾਓ ਕੀ ਲਿਖਿਆ ਹੈ। ਉਹਨਾਂ ਨੇ ਪੜ੍ਹ ਕੇ ਗੁਰੂ ਸਾਹਿਬ ਨੂੰ ਪਰਵਾਨਾ ਸੁਣਾਇਆ। ਲਿਖਿਓ ਤਾਹੀਂ ਮੈਂ ਆਵਨ ਕੀਜੈ। ਬਾਦਸ਼ਾਹ ਨੇ ਬੜੀ ਨਿਮਰਤਾ ਨਾਲ, ਹਲੀਮੀ ਨਾਲ ਲਿਖਿਆ ਸੀ, ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਸੀਂ ਆਪ ਜੀ ਦੀ ਬੜੀ ਤਾਰੀਫ ਸੁਣੀ ਹੈ। ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਹਿੰਦੂ ਮੁਸਲਮਾਨ ਤੁਹਾਡਾ ਸਤਿਕਾਰ ਕਰਦੇ ਨੇ, ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ, ਕਿਰਪਾ ਕਰੋ ਆਪ ਆਪਣੀ ਪਵਿੱਤਰ ਚਰਨ ਧੂੜੀ ਸਾਨੂੰ ਬਖਸ਼ੋ, ਦਿੱਲੀ ਵਿੱਚ ਤਸ਼ਰੀਫ ਲਿਆਓ। ਮਿਹਰਬਾਨ ਹੋਏ ਦਰਸ਼ਨ ਦੀਜੈ। ਮਿਹਰਬਾਨੀ ਕਰੋ, ਦਿੱਲੀ ਦਰਸ਼ਨ ਦਿਓ। ਲੋਕਨ ਤੇ ਜਸ ਸੁਨਿਓ ਤੁਹਾਰਾ। ਲੋਕਾਂ ਕੋਲੋਂ ਤੁਹਾਡੀ ਬੜੀ ਸਿਫਤ ਸੁਣੀ ਹੈ, ਦੱਸਿਆ ਜਾਂਦਾ ਵੀ ਤੁਸੀਂ ਬਹੁਤ ਵੱਡੇ ਮਹਾਂਪੁਰਸ਼ ਹੋ। ਜਾਂ ਤੇ ਮਿਲਬੋ ਨੀਕ ਵਿਚਾਰਾ। ਤੁਹਾਨੂੰ ਮਿਲਣਾ ਅਸੀਂ ਠੀਕ ਸਮਝਦੇ ਹਾਂ। ਆਪਣੀ ਜ਼ਿੰਦਗੀ ਵਿੱਚ ਅਸੀਂ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹੈ, ਤੁਹਾਡੇ ਵੀ ਦਰਸ਼ਨ ਕਰਨਾ ਚਾਹੁੰਦੇ ਹਾਂ। ਸੁਨ ਸਤਿਗੁਰ ਕਾਗਤ ਲਿਖਵਾਇਬ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸਾਰੀ ਗੱਲ ਸੁਣੀ ਤੇ ਭਾਈ ਮਤੀ ਦਾਸ ਨੂੰ ਇਸ਼ਾਰਾ ਕੀਤਾ ਵੀ ਇਹਦਾ ਜਵਾਬ ਲਿਖੋ। ਮਹਾਰਾਜ ਨੇ ਪਰਵਾਨੇ ਦਾ ਜਵਾਬ ਇਉਂ ਲਿਖਵਾਇਆ ਹੈ, ਜੇ ਮਿਲਬੇ ਲਾਲਸ ਉਪਜਾਇਬ। ਇਹ ਬਾਦਸ਼ਾਹ, ਜੇ ਤੁਹਾਨੂੰ ਸਾਡੇ ਨਾਲ ਮਿਲਣ ਦੀ ਲਾਲਸਾ ਪੈਦਾ ਹੋਈ ਹੈ ਤਉ ਹਮ ਆਵਹਿ ਦਿੱਲੀ ਪੁਰ ਕੋ। ਤਾਂ ਅਸੀਂ ਦਿੱਲੀ ਆ ਜਾਵਾਂਗੇ, ਸਾਨੂੰ ਮਿਲਣ ਵਿੱਚ ਕੋਈ ਗੁਰੇਜ ਨਹੀਂ, ਅਸੀਂ ਮਿਲਾਂਗੇ। ਮਿਲ ਕਰ ਕਰਹੁ ਮਨੋਰਥ ਉਰ ਕੋ। ਤੇ ਜਿਹੜਾ ਤੂੰ ਮਨ ਦਾ ਮਨੋਰਥ ਪੂਰਾ ਕਰ ਲਵੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਇਸ਼ਾਰਾ ਸੀ ਵੀ ਜੋ ਤੂੰ ਕਰਨਾ ਉਹ ਕਰ ਲਵੀਂ, ਅਸੀਂ ਮਿਲਾਂਗੇ। ਹਾਂਜੀ, ਪੂਰਬ ਗੁਰ ਘਰ ਕੋ ਬਲ ਸੁਨ ਕੈ। ਹਾਂ, ਪਹਿਲਾਂ ਵੀ ਗੁਰੂ ਘਰ ਦੀ ਵਡਿਆਈ, ਗੁਰੂ ਘਰ ਦੀ ਤਾਕਤ, ਗੁਰੂ ਘਰ ਦੀ ਮਹਿਮਾ ਸੁਣ ਕੇ ਰਾਮ ਰਾਏ ਬੁਲਵਾਇਬ ਗੁਣ ਕੈ। ਸਾਡੇ ਪੋਤਰੇ ਬਾਬਾ ਰਾਮ ਰਾਏ ਨੂੰ ਤੁਸੀਂ ਸੱਦਿਆ ਸੀ। ਸ਼੍ਰੀ ਹਰਿ ਕ੍ਰਿਸ਼ਨ ਬਹਰ ਬੁਲਵਾਏ। ਫਿਰ ਤੁਸੀਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਦਿੱਲੀ ਸੱਦਿਆ ਸੀ। ਅਬ ਤੈ ਹਮਰੇ ਨਿਕਟ ਪਠਾਏ। ਹੁਣ ਸਾਡੀ ਵਾਰੀ ਆ ਗਈ ਹੈ, ਤੂੰ ਸਾਨੂੰ ਬੁਲਾ ਲਿਆ ਹੈ, ਐਦੀ ਸਾਡੇ ਕੋਲ ਭੇਜ ਦਿੱਤੇ ਹਨ। ਤਿਨ ਇਹ ਦਿਨ ਕੋ ਲਿਖ ਕਰ ਦਿਓ। ਇੰਨਾ ਕੁ ਬਚਨ ਮਹਾਰਾਜ, ਬਹੁਤੇ ਵਿਸਥਾਰ ਦੀ ਗੱਲ ਨਹੀਂ ਲਿਖੀ। ਕਹਿੰਦੇ ਕੋਈ ਨਹੀਂ, ਜੇ ਤੈਨੂੰ ਮਿਲਣ ਦੀ ਇੱਛਾ ਹੈ ਤੇ ਮਿਲ ਲਵੀਂ, ਜੋ ਤੂੰ ਕਰਨਾ ਉਹ ਕਰ ਲਵੀਂ। ਇਸ਼ਾਰੇ ਨਾਲ ਮਹਾਰਾਜ ਨੇ ਸ਼ਬਦ ਬੜੇ ਢੁਕਵੇਂ ਲਿਖੇ, ਕਹਿੰਦੇ ਆਪਣਾ ਮਨੋਰਥ ਪੂਰਾ ਕਰ ਲਵੀਂ। ਇਸ ਤਰ੍ਹਾਂ ਲਿਖ ਕੇ ਐਦੀਆਂ ਨੂੰ ਮਹਾਰਾਜ ਨੇ ਪਰਵਾਨੇ ਦਾ ਜਵਾਬ ਫੜਾ ਦਿੱਤਾ ਹੈ। ਕਰ ਹੈ ਤਥਾ ਜਿਮ ਚਾਹਤ ਭਇਓ। ਤੇ ਨਾਲ ਕਹਿ ਦਿੱਤਾ ਵੀ ਬਾਦਸ਼ਾਹ ਨੂੰ ਕਹਿ ਦੇਣਾ ਵੀ ਜਿਵੇਂ ਉਹਨਾਂ ਦੀ ਮਰਜ਼ੀ ਹੈ ਉਹ ਕਰ ਲੈਣ। ਮਰਜ਼ੀ ਤੋਂ ਭਾਵ ਸੀ ਵੀ ਜੋ ਤੂੰ ਕਰਨਾ ਹੈ ਉਹ ਤਾਂ ਜ਼ੁਲਮ ਹੀ ਕਰਨਾ, ਹੋਰ ਕੀ ਕਰਨਾ, ਵੀ ਉਹ ਤੂੰ ਕਰ ਲਵੀਂ। ਇਮ ਉੱਤਰ ਲਿਖਵਾਏ ਗੁਸਾਈ। ਇਸ ਤਰ੍ਹਾਂ ਦਾ ਜਵਾਬ ਲਿਖਵਾ ਕੇ ਬੜੇ ਸੁਲਝੇ ਸ਼ਬਦਾਂ ਨਾਲ ਤੇ ਇਸ਼ਾਰੇ ਮਾਤਰ ਸਾਰੀਆਂ ਗੱਲਾਂ। ਕੇਤਕ ਧਨ ਦੀ ਨਸ ਤਿਨ ਤਾਈ। ਇਹ ਮਰਿਆਦਾ ਹੁੰਦੀ ਸੀ ਵੀ ਕੋਈ ਪਰਵਾਨਾ ਚਿੱਠੀ ਲੈ ਕੇ ਆਵੇ ਨਾ, ਉਹਨੂੰ ਰੁਪਈਆ 2 ਰੁਪਈਆ ਗਰੀਬ ਤੋਂ ਗਰੀਬ ਆਦਮੀ ਵੀ ਦਿੰਦਾ ਸੀ। ਆਪਣੇ ਘਰਾਂ ਵਿੱਚ ਵੀ ਰਿਵਾਜ ਸੀ, ਕੋਈ ਵਿਆਹ ਦਾ ਕਾਰਡ ਲੈ ਕੇ ਆਉਂਦੇ ਹੁੰਦੇ ਸੀ ਨਾ ਪਿੰਡਾਂ ਵਿੱਚ, ਤੇ ਉਹਨਾਂ ਨੂੰ ਜਿਹੜੇ ਘਰ ਕਾਰਡ ਆਉਂਦਾ ਸੀ ਉਹ ਉਹਨੂੰ ਕੁਝ ਦਿੰਦੇ ਸੀ, ਚਿੱਠੀ ਵਾਲੇ ਨੂੰ ਕੁਝ ਨਾ ਕੁਝ। ਮਹਾਰਾਜ ਤਾਂ ਫਿਰ ਬਾਦਸ਼ਾਹ ਸਨ, ਉਹਨਾਂ ਨੇ ਕੁਝ ਮਾਇਆ ਉਹਨਾਂ ਐਦੀਆਂ ਨੂੰ ਦਿੱਤੀ ਹੈ। ਹਾਤੇ ਲੋਭ ਤੇ ਲੈ ਨਰਮਾਈ। ਨਾਲੇ ਗੁਰੂ ਘਰ ਤੋਂ ਲੰਗਰ ਛਕਿਆ, ਮਹਾਰਾਜ ਨੇ ਸਰੋਪਾ ਬਖਸ਼ਿਸ਼ ਦੇ ਕੇ ਵਿਦਾ ਕੀਤਾ। ਗੁਰ ਕੇ ਸਮੁਖ ਨ ਕਛੂ ਅਲਾਈ। ਗੁਰੂ ਸਾਹਿਬ ਦੇ ਸਾਹਮਣੇ ਕੋਈ ਉੱਚੇ ਨਹੀਂ ਬੋਲੇ, ਨਿਰਾਦਰੀ ਵਾਲਾ ਕੋਈ ਉਹਨਾਂ ਨੇ ਵਾਕ ਨਹੀਂ ਕਿਹਾ, ਕੋਈ ਉਹਨਾਂ ਨੇ ਆਪਣਾ ਰੋਬ ਨਹੀਂ ਦੱਸਿਆ ਵੀ ਅਸੀਂ ਬਾਦਸ਼ਾਹ ਦੇ ਐਦੀਆਂ ਦੇ ਤੁਹਾਨੂੰ ਹੁਣੇ ਚੱਲਣਾ ਚਾਹੀਦਾ। ਉਹਨਾਂ ਨੇ ਕੋਈ ਐਸੀ ਬਦਕਲਾਮੀ ਗੁਰੂ ਸਾਹਿਬ ਜੀ ਨਾਲ ਨਹੀਂ ਕੀਤੀ। ਵਿਦਾ ਹੋਏ ਕਰ ਅਹਦੀ ਚਾਲੇ। ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੋਂ ਵਿਦਾ ਹੋ ਕੇ
ਵਾਪਸ ਦਿੱਲੀ ਨੂੰ ਤੁਰ ਪਏ ਹਨ। ਚੜ ਮੰਚਨ ਪਰ ਪੂਰਬ ਢਾਲੇ। ਜਿਵੇਂ ਪਹਿਲਾਂ ਮੰਜਿਆਂ ਤੇ ਬੈਠੇ ਸੀ ਫਿਰ ਬੈਠ ਗਏ ਤੇ ਲੋਕਾਂ ਨੇ ਮੰਜਾ ਚੁੱਕ ਲਿਆ। ਸਨੇ ਸਨੇ ਤੈਸੇ ਚਲ ਗਏ। ਹੌਲੇ ਹੌਲੇ ਜਿਵੇਂ ਉਵੇਂ ਹੀ ਵਾਪਸ ਦਿੱਲੀ ਚਲੇ ਗਏ ਦਿੱਲੀ ਬਿਖੈ ਪ੍ਰਵੇਸ਼ਤ ਭਏ। ਔਰ ਜਾ ਦਿੱਲੀ ਸ਼ਹਿਰ ਪ੍ਰਵੇਸ਼ ਕੀਤਾ ਇਹਨਾਂ ਨੇ। ਨੌਰੰਗ ਨਿਕਟ ਪਹੁੰਚੇ ਜਾਏ। ਜਾਂ ਨਰੰਗੇ ਦੀ ਕਚਹਿਰੀ 'ਚ ਬੜੇ ਹਨ। ਕਾਗਦ ਦਇਓ ਪ੍ਰਸੰਗ ਸੁਨਾਏ। ਜੋ ਚਿੱਠੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਲਿਖਵਾਈ ਸੀ ਉਹ ਬਾਦਸ਼ਾਹ ਨੂੰ ਦਿੱਤੀ ਹੈ ਤੇ ਸਾਰੀ ਵਾਰਤਾ ਜੋ ਵੀ ਉੱਥੋਂ ਦਾ ਹਾਲਾਤ ਅਨੰਦਪੁਰ ਸਾਹਿਬ ਦਾ ਵੇਖ ਕੇ ਆਈ ਸੀ ਔਰੰਗਜ਼ੇਬ ਨੂੰ ਦੱਸਿਆ ਹੈ। ਕਹਿਓ ਗੁਰੂ ਹਮ ਭੀਤ ਹੈ ਆਵੈ। ਨਾਲੇ ਇਹ ਜ਼ਬਾਨੀ ਵੀ ਗੱਲ ਕਹੀ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਵੀ ਆਵਾਂਗੇ। ਕੇਤ ਬੜੇ ਪਿੰਡ ਸ਼ਹਿਰ ਨਗਰਾਂ ਦੇ ਲੋਕ ਉਡੀਕ ਰਹੇ ਸਨ। ਮਹਾਰਾਜ ਕਹਿੰਦੇ ਅਸੀਂ ਉਹ ਆਪਣੇ ਪ੍ਰੇਮੀਆਂ ਨੂੰ ਦਰਸ਼ਨ ਦੇ ਕੇ ਫਿਰ ਆਵਾਂਗੇ। ਇਸ਼ਾਰੇ ਨਾਲ ਸਾਰੀ ਗੱਲ ਤਾਂ ਨਹੀਂ ਦੱਸੀ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਕਹਿਤਾ ਵੀ ਅਸੀਂ ਕੁਝ ਸਮੇਂ ਬਾਅਦ ਆਵਾਂਗੇ। ਅਬ ਆਇਓ ਚੌ ਮਾਸਾ ਕਾਲ। ਮਹਾਰਾਜ ਨੇ ਜ਼ਬਾਨੀ ਕਲਾਮੀ ਇਹ ਗੱਲ ਕਹੀ ਹੈ ਵੀ ਹੁਣ ਚੁਮਾਸਾ ਆ ਗਿਆ ਹੈ। ਜਦੋਂ ਚੁਮਾਸਾ ਲੰਘ ਜਾਏਗਾ, ਚੁਮਾਸੇ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਸਾਵਣ ਭਾਦਰੋਂ ਅੱਸੂ ਕੱਤਕ ਦੇ 4 ਮਹੀਨੇ। ਵੈਸੇ 2 ਮਹੀਨੇ ਜ਼ੋਰ ਹੁੰਦਾ ਬਰਸਾਤਾਂ ਦਾ। ਆ ਜਿਹੜਾ ਹੁਣ ਟਾਈਮ ਚੱਲ ਰਿਹਾ ਸਾਵਣ ਦਾ ਮਹੀਨਾ, ਇੰਡੀਆ ਵਿੱਚ ਬਹੁਤ ਮੀਂਹ ਪੈ ਰਹੇ ਨੇ, ਹੜ੍ਹ ਆ ਜਾਂਦੇ ਨੇ, ਨਦੀਆਂ ਭਰ ਜਾਂਦੀਆਂ ਨੇ, ਸੜਕਾਂ ਕੱਚੀਆਂ ਹੁੰਦੀਆਂ ਸੀ, ਖਰਾਬ ਹੋ ਜਾਂਦੀਆਂ ਸੀ। ਚੁਮਾਸੇ 'ਚ ਲੋਕ ਘਰੋਂ ਨਹੀਂ ਸੀ ਨਿਕਲਦੇ। ਅਗਸਤ ਦਾ ਮਹੀਨਾ ਤੇ ਸਤੰਬਰ ਦਾ ਮਹੀਨਾ ਘੱਟੋ ਘੱਟ 2-2.5 ਮਹੀਨੇ। ਆ ਜਿਹੜੀ ਪੂਰਨਮਾਸ਼ੀ ਲੰਘੀ ਹੈ ਕੱਲ ਪਰਸੋਂ 24 ਤਰੀਕ ਨੂੰ ਗੁਰੂ ਪੂਰਨਿਮਾ ਕਹਿੰਦੇ। ਗੁਰੂ ਦੀ ਪੂਜਾ ਕਰਦੇ ਲੋਕ ਤੇ ਜਿੱਥੇ ਜਿੱਥੇ ਕੋਈ ਸਾਧੂ ਸੰਤ ਮਹਾਤਮਾ ਜਾ ਰਿਹਾ ਹੁੰਦਾ ਉੱਥੇ ਟਿਕ ਜਾਂਦਾ। ਕੋਈ ਮੰਦਿਰ ਆ ਜਾਏ, ਗੁਰਦੁਆਰਾ ਆ ਜਾਏ, ਕੋਈ ਡੇਰਾ ਆ ਜਾਏ, ਉੱਥੇ ਰੁਕ ਜਾਣਾ। 2 ਮਹੀਨੇ 4 ਮਹੀਨੇ ਫਿਰ ਉੱਥੇ ਟਿਕੇ ਰਹਿੰਦੇ। ਜਦੋਂ ਉਹ ਫਿਰ ਚੁਮਾਸੇ ਦਾ ਟਾਈਮ ਲੰਘ ਜਾਂਦਾ ਫਿਰ ਉਹ ਯਾਤਰਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਨਾਂ ਦਿਨਾਂ ਵਿੱਚ ਯਾਤਰਾ ਸੁਰੱਖਿਅਤ ਨਹੀਂ ਹੁੰਦੀ। ਕਿਤੇ ਸੱਪ ਕੀੜੇ ਫਿਰਦੇ ਆ, ਕਿਤੇ ਖੋਬਾ ਚਿੱਕੜ ਹੁੰਦਾ ਹੈ, ਕਿਤੇ ਨਦੀਆਂ 'ਚ ਪਾਣੀ ਹੁੰਦਾ, ਸੜਕਾਂ ਟੁੱਟ ਜਾਂਦੀਆਂ, ਖਾਣ ਪੀਣ ਦਾ ਸਮਾਨ ਵੀ ਵਧੀਆ ਨਹੀਂ ਮਿਲਦਾ, ਪਾਣੀ ਵੀ ਖਰਾਬ ਹੋ ਜਾਂਦਾ ਪੀਣ ਵਾਲਾ। ਇਸ ਕਰਕੇ ਚੁਮਾਸੇ ਦੇ ਸਮੇਂ ਕੋਈ ਵੀ ਮਹਾਤਮਾ ਸਫ਼ਰ ਨਹੀਂ ਕਰਦਾ, ਕੋਈ ਵੀ ਬੰਦਾ ਸਫ਼ਰ ਨਹੀਂ ਕਰਦਾ। ਮਗ ਮਹਿ ਪਾਨੀ ਪੰਕ ਵਿਸਾਲ। ਕਿਉਂਕਿ ਸਾਵਣ ਦਾ ਮਹੀਨਾ ਹੈ, ਮੀਂਹ ਪੈ ਰਿਹਾ ਹੈ, ਚਿੱਕੜ ਖੋਬੇ ਬਣ ਚੁੱਕੇ ਹਨ। ਸੁਨ ਔਰੰਗ ਤਬ ਤੂਸ਼ਨ ਹੋਇਓ। ਸੁਣ ਕੇ ਔਰੰਗਜ਼ੇਬ ਚੁੱਪ ਕਰ ਗਿਆ। ਆਵਹਿ ਆਪ ਵਿਚਾਰਤ ਜੋਇਓ। ਕਹਿਣ ਲੱਗਾ ਆਪ ਆ ਜਾਣਗੇ, ਬਿਨਾਂ ਬੁਲਾਇਆ ਬਿਨਾਂ ਕੀਤਿਆਂ ਕਿਵੇਂ ਆਉਣਗੇ ਮੇਰੇ ਕੋਲ। ਇਤ ਸਤਿਗੁਰ ਨਿਜ ਤਿਆਰੀ ਕੀਨ। ਇਧਰ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਤਿਆਰੀਆਂ ਕਰ ਲਈਆਂ। ਬਸਨ ਆਨੰਦਪੁਰ ਕੋ ਤਜ ਦੀਨ। ਆਪਣੀ ਆਨੰਦਾਂ ਵਾਲੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਦਾ ਵਾਸਾ ਹਮੇਸ਼ਾ ਲਈ ਛੱਡ ਦਿੱਤਾ ਹੈ। ਅਲਪਦਾਸ ਆਪਣੇ ਸੰਗ ਲੀਨ। ਕੁਝ ਸੇਵਾਦਾਰ ਖਾਸ ਸਿੱਖ ਆਪਣੇ ਨਾਲ ਲਏ, ਜਿਨ੍ਹਾਂ ਵਿੱਚੋਂ ਇੱਕ ਭਾਈ ਮਤੀਦਾਸ, ਇੱਕ ਭਾਈ ਸਤੀਦਾਸ, ਇੱਕ ਭਾਈ ਦਿਆਲਾ, ਇੱਕ ਭਾਈ ਊਦਾ ਜੀ, ਇੱਕ ਬਾਬੇ ਬੁੱਢੇ ਸਾਹਿਬ ਜੀ ਦੇ ਪਰਿਵਾਰ ਚੋਂ ਭਾਈ ਗੁਰਦਿੱਤਾ, ਭਾਈ ਰਾਮਕੋਇਰ ਸਾਹਿਬ ਦੇ ਪਿਤਾ ਜੀ, ਇੱਕ ਭਾਈ ਨਾਨੂ ਦਾ ਵੀ ਜ਼ਿਕਰ ਹੁੰਦਾ। ਇਸ ਤਰ੍ਹਾਂ 4 5 6 ਸਰੀਰ ਜਿਹੜੇ ਨੇ ਉਹ ਇਤਿਹਾਸ ਵਿੱਚ ਨਾਮ ਮਿਲਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਨਾਲ ਲਿਆ, ਬਾਕੀ ਕਿਸੇ ਨੂੰ ਨਾਲ ਨਹੀਂ ਲਿਆ। ਕਾਰਨ ਕਰਨ ਵਿਸਾਲ ਪ੍ਰਵੀਨ। ਬੜਾ ਵੱਡਾ ਸਾਕਾ ਕਰਨ ਲਈ, ਬੜਾ ਵੱਡਾ ਪਰਿਵਰਤਨ ਹਿੰਦੁਸਤਾਨ ਦੇ ਇਤਿਹਾਸ ਵਿੱਚ ਲਿਆਉਣ ਲਈ, ਇੱਕ ਮਹਾਨ ਕ੍ਰਾਂਤੀ ਦਾ ਬੀਜ ਬੀਜਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਚੱਲ ਪਏ ਹਨ। ਮਾਸ ਅਸਾੜ ਵਿਖੇ ਪ੍ਰਸਥਾਨੇ। ਹਾੜ ਦਾ ਮਹੀਨਾ ਸੀ ਅਜੇ, ਯਾਨੀ ਕਿ ਜੁਲਾਈ ਦਾ ਮਹੀਨਾ ਚੜਿਆ ਹੀ ਸੀਗਾ। ਗੁਰੂ ਸਾਹਿਬ ਜੀ ਤੁਰ ਪਏ। ਸਿੱਖ ਮਸੰਦ ਹੋਏ ਵਿਦਾ ਪਿਆਨੇ। ਸਿੱਖ ਮਸੰਦ ਜਿਹੜੇ ਸਨ ਉਹਨਾਂ ਨੂੰ ਆਪਣੇ ਆਪਣੇ ਦੇਸ਼ਾਂ ਨੂੰ ਵਿਦਾ ਕਰ ਦਿੱਤਾ। ਆਨੰਦਪੁਰ ਸਾਹਿਬ ਰਹਿਣ ਵਾਲਿਆਂ ਨੂੰ ਇਹ ਕਹਿ ਕੇ ਵੀ ਇੱਥੋਂ ਦੀ ਮਰਜ਼ਾਦਾ ਲੋ ਲੰਗਰ ਦੀ ਕਾਇਮ ਰੱਖਿਆ ਜੇ, ਭਜਨ ਕੀਰਤਨ ਕਰਦੇ ਰਿਹਾ ਜੇ, ਇਸ ਤਰ੍ਹਾਂ ਦੀ ਸ਼ੁਭ ਸਿੱਖਿਆ ਦੇ ਕੇ 5 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਾੜ ਦੇ ਮਹੀਨੇ ਸਨ 1675 ਦੇ ਵਿੱਚ, ਯਾਨੀ ਜੂਨ ਦੇ ਲਾਸਟ ਵਿੱਚ ਜਾਂ ਜੁਲਾਈ ਦੇ ਆਰੰਭ ਵਿੱਚ ਤੁਰੇ ਹਨ। ਨਿਜ ਨਿਜ ਦੇਸ਼ਨ ਕੋ ਚਲ ਗਏ। ਔਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਮਸੰਦ ਸੇਵਾਦਾਰ ਸਿੱਖ ਆਪਣੇ ਇਲਾਕਿਆਂ ਨੂੰ ਵਾਪਸ ਚਲੇ ਗਏ। ਕੋਈ ਕਿਸੇ ਦੇਸ਼ ਦਾ ਮਸੰਦ ਸੀ, ਕੋਈ ਕਿਸੇ ਦੇਸ਼ ਦਾ ਸੀ,
ਉਹਨਾਂ ਨੂੰ ਕਹਿਤਾ ਭਾਈ ਆਪਣੇ ਆਪਣੇ ਇਲਾਕਿਆਂ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਲੋ ਲੰਗਰ ਚਲਾਓ, ਮਨੁੱਖਤਾ ਦੇ ਭਲੇ ਦਾ ਉਪਦੇਸ਼, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਾਰਿਆਂ ਨੂੰ ਸਿੱਖਿਆ ਦਿਓ। ਸਤਿਗੁਰ ਸ਼ੀਲ ਸਰਾਹਤ ਭਏ। ਉਹ ਵਿਚਾਰੇ ਗੁਰੂ ਦਾ ਹੁਕਮ ਮੰਨ ਕੇ ਤੁਰ ਪਏ। ਹੈਰਾਨ ਵੀ ਸਨ ਵੀ ਗੁਰੂ ਸਾਹਿਬ ਕੀ ਖੇਡ ਵਰਤਾ ਰਹੇ ਨੇ, ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਇਲਾਕਿਆਂ ਨੂੰ ਤੋਰ ਦਿੱਤਾ ਤੇ ਆਪ ਕੇਵਲ 5 ਸਿੱਖਾਂ ਨੂੰ ਨਾਲ ਲੈ ਕੇ ਤੁਰੇ ਨੇ। ਜਦੋਂ ਕਿ ਗੁਰੂ ਸਾਹਿਬ ਜਾਂਦੇ ਸੀ ਹਜ਼ਾਰਾਂ ਸੰਗਤਾਂ ਨਾਲ ਜਾਂਦੀਆਂ ਸੀ, ਹਜ਼ਾਰਾਂ ਸਿੱਖ ਨਾਲ ਜਾਂਦੇ ਸੀ, ਫੌਜਾਂ ਜਾਂਦੀਆਂ ਸੀ, ਘੋੜੇ ਜਾਂਦੇ ਸੀ, ਸੰਗਤਾਂ ਜਾਂਦੀਆਂ ਸੀ, ਜਿੱਥੇ ਜਾਂਦੇ ਸੀ ਉੱਥੇ ਮੇਲਾ ਲੱਗ ਜਾਂਦਾ ਸੀ। ਤੇ ਇਹ ਫਕੀਰਾਂ ਦੀ ਤਰ੍ਹਾਂ 5 ਸਿੱਖ ਬਸ ਨਾਲ ਤੇ ਕੋਈ ਹੋਰ ਲਿਆ ਨਹੀਂ। ਇਹ ਗੁਰੂ ਸਾਹਿਬ ਦਾ ਸੀਲ ਸੁਭਾਅ ਹੈ, ਉਹਨਾਂ ਦੀ ਮੌਜ ਹੈ ਸੰਤਾਂ ਦੀ, ਫਕੀਰਾਂ ਦੀ। ਸਿੱਖ ਵਿਚਾਰੇ ਇਸ ਵਿਸ਼ੇ ਤੇ ਇਦਾਂ ਦੀਆਂ ਵਿਚਾਰਾਂ ਕਰਦੇ ਜਾ ਰਹੇ ਨੇ। ਸ੍ਰੀ ਪ੍ਰਭ ਪੂਰਬ ਕੋ ਮੁਖ ਕਰੇ। ਅਨੰਦਪੁਰ ਸਾਹਿਬ ਤੋਂ ਪੂਰਬ ਦਿਸ਼ਾ ਨੂੰ ਈਸਟ ਵਾਲੇ ਪਾਸੇ ਨੂੰ ਮੂੰਹ ਕੀਤਾ ਹੈ ਨਿਤ ਪ੍ਰਤ ਮਜਲ ਅਲਪ ਹੀ ਥਿਰੇ। ਤੇ ਰੋਜ਼ ਥੋੜੀ ਥੋੜੀ ਮੰਜ਼ਲ ਕਰਦੇ ਨੇ। ਕਵੀ ਜੀ ਨੇ ਉਹ ਸਾਰੇ ਪਿੰਡਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ, ਪਰ ਕਿਉਂਕਿ ਦਾਸ ਉਹਨਾਂ ਇਲਾਕਿਆਂ ਵਿੱਚ ਕਈ ਵਾਰੀ ਗਿਆ ਹੈ। ਪਹਿਲਾਂ ਭਰਤਗੜ੍ਹ ਪੜਾਅ ਹੁੰਦਾ ਮਹਾਰਾਜ ਦਾ ਅਨੰਦਪੁਰ ਸਾਹਿਬ ਤੋਂ ਨਿਕਲ ਕੇ, ਉੱਥੋਂ ਫਿਰ ਅੱਗੇ ਆਨੰਦਪੁਰ ਕਲੌੜ ਦੇ ਇਲਾਕੇ ਵਿੱਚ ਇੱਧਰ ਜਿਹੜਾ ਪਠਾਣਾ ਦੀ ਬਸੀ ਦਾ ਇਲਾਕਾ ਆ ਗਿਆ, ਇਹ ਘੜੂਏ ਦਾ ਇਲਾਕਾ ਆ ਗਿਆ। ਇੱਥੋਂ ਫਿਰ ਅੱਗੇ ਰਾਜਪੁਰੇ ਦੇ ਲਾਗੇ ਸਾਧ ਸਿੰਘ ਜੀ ਪਿੰਡ ਉਗਾਣੀ ਹੈ। ਉਗਾਣੀ ਪਿੰਡ ਵਿੱਚ ਸਤਿਗੁਰੂ ਜੀ 9ਵੀਂ ਪਾਤਸ਼ਾਹੀ ਦਾ ਤੇ 10ਵੀਂ ਪਾਤਸ਼ਾਹੀ ਦੇ 2 ਗੁਰਦੁਆਰੇ ਇੱਕੋ ਹੀ ਵਿਹੜੇ 'ਚ ਬਣੇ ਹੋਏ ਨੇ। ਜਿਵੇਂ ਆਹ ਮਹਾਰਾਜ ਦਾ ਗੁਰਦੁਆਰਾ 9ਵੀਂ ਪਾਤਸ਼ਾਹੀ ਦਾ, ਉਹ ਨਾਲ ਹੀ ਕੰਧ ਤੇ 10ਵੀਂ ਪਾਤਸ਼ਾਹੀ ਦੇ 2 ਦਰਬਾਰ ਬਣੇ ਹੋਏ। ਉੱਥੋਂ ਫਿਰ ਅੱਗੇ ਪਿਲਖਣੀ ਪਿੰਡ ਹੈ। ਪਿਲਖਣੀ ਪਿੰਡ ਮਹਾਰਾਜ ਗਏ, ਉੱਥੋਂ ਦੇ ਲੋਕਾਂ ਨੂੰ ਵਰ ਦੇ ਗਏ, ਰੱਜੋ ਪੁੱਜੋ ਫੜੋ ਫੁੱਲੋ। ਉਹ ਗੁਰਦੁਆਰੇ ਦਾ ਨਾਮ ਹੀ ਹੈ ਗੁਰਦੁਆਰਾ ਰੱਜੋ ਪੁੱਜੋ ਫੜੋ ਫੁੱਲੋ ਸਾਹਿਬ। ਸੋ ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਫਿਰ ਨਿੰਮ ਸਾਹਿਬ ਹੈ ਕੌਲੀ ਪਿੰਡ ਦੇ ਕੋਲ, ਜਿਹੜਾ ਆਕੜ ਪਿੰਡ ਹੈ। ਉੱਥੋਂ ਫਿਰ ਸਤਿਗੁਰੂ ਜੀ ਚੱਲ ਕੇ ਅੱਗੇ ਬਹਾਦਰਗੜ੍ਹ ਪਹੁੰਚਦੇ ਆ। ਕਈ ਪਿੰਡਾਂ ਦਾ ਇਤਿਹਾਸ ਵਿੱਚ ਜ਼ਿਕਰ ਇੱਥੇ ਕਵੀ ਜੀ ਨੇ ਨਹੀਂ ਕੀਤਾ ਯਾਤਰਾ ਦਾ। ਹਾਂਜੀ, ਬਸ ਹੈ ਨਹੀਂ ਤਬ ਪੁਰ ਪਟਿਆਰਾ। ਕਵੀ ਜੀ ਹੁਣ ਕਹਿੰਦੇ ਵੀ ਉਦੋਂ ਪਟਿਆਲਾ ਵਸਿਆ ਨਹੀਂ ਸੀਗਾ। ਪਟਿਆਲਾ ਤਾਂ ਮਹਾਰਾਜਾ ਆਲਾ ਸਿੰਘ ਜੀ ਨੇ ਵਸਾਇਆ, ਇਹਦਾ ਨਾਮ ਪੱਟੀਆਲਾ, ਆਲੇ ਦੀ ਪੱਟੀ, ਉੱਥੋਂ ਪਟਿਆਲਾ ਵਸਿਆ। ਉਦੋਂ ਇਹਦਾ ਇੱਥੇ ਇੱਕ ਲਹਿਲ ਪਿੰਡ ਸੀਗਾ ਤੇ ਨਾਲ ਛੋਟੇ ਛੋਟੇ ਪਿੰਡ ਸੀਗੇ। ਇਹ ਪਟਿਆਲਾ ਸ਼ਹਿਰ ਉਦੋਂ ਵਸਿਆ ਨਹੀਂ ਸੀ। ਸਨ 1675 ਦੇ ਵਿੱਚ ਇਤ ਕੋ ਆਏ ਗੁਰੂ ਉਦਾਰਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਟਿਆਲੇ ਦੇ ਇਲਾਕੇ ਵੱਲ ਆ ਗਏ ਹਨ। ਸੈਫਦੀਨ ਇੱਕ ਤੁਰਕ ਭਲੇਰਾ। ਇੱਕ ਬੜਾ ਹੀ ਬੰਦਗੀ ਕਰਨ ਵਾਲਾ ਰੱਬ ਦਾ ਪਿਆਰਾ ਮੁਸਲਮਾਨ ਸੀ, ਉਹਦਾ ਨਾਮ ਸੀ ਸੈਫਦੀਨ। ਨਿਜਪੁਰ ਕੋ ਬਸਾਏ ਤਿਸ ਬੇਰਾ। ਉਹਨੇ ਆਪਣਾ ਇੱਕ ਪਿੰਡ ਵਸਾਇਆ ਸੀ, ਇੱਕ ਨਗਰ ਵਸਾਇਆ ਸੀ, ਉਹਦਾ ਨਾਮ ਉਹਨੇ ਸੈਫਾਬਾਦ ਰੱਖਿਆ ਸੀ। ਸੈਫਾਬਾਦ ਨਾਮ ਤਿਸ ਰਾਖਾ। ਆਪਣਾ ਪਿੰਡ ਵਸਾਇਆ ਸੀ ਤੇ ਆਪਣੇ ਨਾਂ ਤੇ ਹੀ ਪਿੰਡ ਦਾ ਨਾਂ ਸੈਫਾਬਾਦ ਰੱਖਿਆ ਸੀ। ਗੁਰ ਜਸ ਸੁਨਤ ਦਰਸ ਕੋ ਕਾਂਖਾ। ਉਹ ਗੁਰੂ ਮਹਾਰਾਜ ਦੀ ਬਾਣੀ ਸੁਣਦਾ ਹੁੰਦਾ ਸੀ। ਉਹਦੇ ਮਨ 'ਚ ਇੱਛਾ ਸੀ ਵੀ ਕਦੀ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪਿੰਡ ਆਉਣ ਤੇ ਮੈਂ ਉਹਨਾਂ ਦੀ ਸੇਵਾ ਕਰਾਂ, ਉਹਨਾਂ ਦੀ ਬਾਣੀ ਸੁਣਾ, ਉਹਨਾਂ ਦੀ ਸੰਗਤ ਕਰਾਂ। ਚਿਤਵਤ ਰਹਿਤ ਜਾਉ ਤਿਨ ਪਾਸ। ਸਾਧ ਸੰਗਤ ਜੀ, ਇਹ ਜਗ੍ਹਾ ਨੂੰ ਅੱਜ ਕੱਲ ਆਪਾਂ ਸੈਫਾਬਾਦ ਨੂੰ ਬਹਾਦਰਗੜ੍ਹ ਕਹਿੰਦੇ ਆ, ਕਿਲਾ ਬਹਾਦਰਗੜ੍ਹ। ਰਾਜਪੁਰੇ ਤੋਂ ਪਟਿਆਲੇ ਜਾਓ ਤੇ ਖੱਬੇ ਹੱਥ ਕਿਲਾ ਹੁੰਦਾ, ਪਟਿਆਲੇ ਤੋਂ ਰਾਜਪੁਰੇ ਆਓ ਤੇ ਸੱਜੇ ਹੱਥ ਕਿਲਾ ਹੁੰਦਾ। ਤੇ ਕਿਲੇ ਦੇ ਸਾਹਮਣੇ ਗੁਰਦੁਆਰਾ, 2 ਗੁਰੂ ਘਰ ਹਨ, ਇੱਕ ਤਾਂ ਉਹਦੇ ਬਾਗ ਵਿੱਚ ਹੈ, ਇੱਕ ਕਿਲੇ ਦੇ ਵਿੱਚ ਹੈ। ਇਹ ਦੋਵੇਂ 9ਵੀਂ ਪਾਤਸ਼ਾਹੀ ਦੇ ਦਰਬਾਰ। ਬਾਹਰਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ, ਅੰਦਰ ਪੰਜਾਬ ਪੁਲਿਸ ਉਹਦੀ ਗੁਰਦੁਆਰੇ ਦੀ ਸੇਵਾ ਕਰਦੀ ਹੈ। 2 ਦਰਬਾਰ ਸਾਹਿਬ ਬਣੇ ਹੋਏ ਨੇ, ਸੁੰਦਰ ਬੜੇ। ਸੋ ਉਹ ਜਗ੍ਹਾ ਦਾ ਨਾਮ ਅੱਜ ਕੱਲ੍ਹ ਬਹਾਦਰਗੜ੍ਹ ਹੈ, ਉਦੋਂ ਇਹਦਾ ਨਾਮ ਸੀ ਸੈਫਾਬਾਦ। ਸੈਫਾਬਾਦ ਵਿਖੇ ਸੈਫਦੀਨ ਕੋਲ ਮਹਾਰਾਜ ਸੱਚੇ ਪਾਤਸ਼ਾਹ ਜਾ ਪਹੁੰਚੇ ਹਨ। ਸੁਨਹੁ ਤਿਨਹੁ ਤੇ ਪਾਕ ਬਿਲਾਸ। ਅਰਦਾਸ ਕਰਦਾ ਹੁੰਦਾ ਸੀ ਵੀ ਕਦੀ ਅੱਲਾ ਦੇ ਪਿਆਰੇ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਕੋਲ ਆਉਣਗੇ ਤੇ ਮੈਂ ਉਹਨਾਂ ਦੀ ਪਾਕ ਕਲਾਮ ਸੁਣਾਂਗਾ, ਉਹਨਾਂ ਕੋਲੋਂ ਅੱਲਾ ਦੇ ਗੁੱਝੇ ਭੇਦਾਂ ਬਾਰੇ ਜਾਣਾਂਗਾ, ਕਿਉਂਕਿ ਰੱਬ ਦੀਆਂ ਗੱਲਾਂ ਤੇ ਰੱਬ ਦੇ ਬੰਦੇ ਹੀ ਦੱਸ ਸਕਦੇ ਆ। ਤੇ ਉਹ ਚਾਹਵਾਨ ਸੀ। ਇਹ ਵੀ ਕਈ ਲੋਕਾਂ ਤੋਂ ਸੁਣਿਆ ਹੈ, ਲਿਖਤ ਤਾਂ ਮੈਂ ਨਹੀਂ ਪੜ੍ਹੀ ਪਰ ਹੋ ਸਕਦਾ ਹੋਵੇ ਵੀ ਕਿਤੇ। ਕਹਿੰਦੇ ਔਰੰਗਜ਼ੇਬ ਦਾ ਉਹ ਦੂਰੋਂ ਨੇੜਿਓਂ ਸਾਂਢੂ ਲੱਗਦਾ ਸੀ। ਔਰੰਗਜ਼ੇਬ ਦੀ ਉਹਦੀ ਰਿਸ਼ਤੇਦਾਰੀ ਸੀ, ਉਹ ਵੱਡਾ ਬੰਦਾ ਸੀ, ਕੋਈ ਇਹ ਨਹੀਂ ਵੀ ਕੋਈ ਮਾੜਾ ਮੋਟਾ ਸੀ। ਉਸ ਇਲਾਕੇ ਦੇ ਵਿੱਚ ਉਹਦੀ ਪੂਰੀ ਚਲਦੀ ਸੀ।
ਉਹ ਇਲਾਕੇ ਦਾ ਮਾਲਗੁਜ਼ਾਰ ਕਹਿ ਲਓ, ਚੌਧਰੀ ਕਹਿ ਲਓ, ਉੱਥੋਂ ਦਾ ਛੋਟਾ ਜਿਹਾ ਰਾਜਾ ਕਹਿ ਲਓ, ਤੇ ਉਹ ਇੱਕ ਵੱਡਾ ਬੰਦਾ ਸੀ ਤੇ ਅੰਦਰੋਂ ਰੂਹਾਨੀ ਕੁਝ ਜਾਣਦਾ ਸੀ, ਕੋਈ ਬੰਦਗੀ ਵਾਲੇ ਪਾਸੇ ਵੀ ਉਹਦੀ ਕੋਈ ਪਕੜ ਸੀ, ਤੇ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ। ਅਟਕਿਓ ਰਹਿਤ ਕਾਜ ਘਰ ਕੇਰੇ। ਤੇ ਪਰ ਜਾਣਾ ਚਾਹੁੰਦਾ ਸੀ, ਅਨੰਦਪੁਰ ਜਾ ਨਹੀਂ ਸੀ ਸਕਿਆ। ਘਰਾਂ ਦੇ ਕੰਮਕਾਰ, ਅੱਜ ਜਾਵਾਂਗਾ ਕੱਲ ਜਾਵਾਂਗਾ ਗੁਰੂ ਜੀ ਨੂੰ ਮਿਲਣ, ਉਹ ਵੀ ਉਹਦੀ ਇੱਛਾ ਜਿਹੜੀ ਵਿੱਚ ਹੀ ਸੀ ਅਜੇ। ਨਹਿ ਅਵਕਾਸ਼ ਲਹਿਓ ਕਿਸ ਬੇਰੇ। ਸਤਿਗੁਰੂ ਜੀ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ ਸੀ। ਤੌਰ ਦੇ ਮੈਂ ਪਿਆਸ ਬੜੇਰੀ। ਫਿਰ ਵੀ ਪਾਤਸ਼ਾਹ ਜੀ ਨੂੰ ਮਿਲਣ ਦੀ ਪਿਆਸ ਮਨ ਵਿੱਚ ਬੜੀ, ਲਗਨ ਬੜੀ ਸੀ ਉਸ ਦੇ। ਮਿਲ ਹੈ ਗੁਰੂ ਕੋ ਚਲ ਕਿਸ ਬੇਰੀ। ਕਿ ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਮਿਲਣਾ ਜ਼ਰੂਰ ਹੈ, ਇੱਕ ਵਾਰੀ ਜ਼ਿੰਦਗੀ 'ਚ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਹਨ। ਅੰਤਰ ਜਾਮੀ ਸਤਿਗੁਰ ਜਾਨੀ। ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਅੰਦਰ ਦੀ ਪਿਆਸ ਜਾਣ ਗਏ। ਦਰਸ਼ਨ ਕੋ ਚਾਹਿਤ ਹਿਤ ਠਾਨੀ। ਵੀ ਸੈਫਦੀਨ ਸਾਡਾ ਪ੍ਰੇਮੀ ਹੈ ਤੇ ਸਾਡੇ ਦਰਸ਼ਨ ਕਰਨੇ ਚਾਹੁੰਦਾ, ਤੇ ਰੋਜ਼ ਅਰਦਾਸ ਕਰਦਾ ਵੀ ਗੁਰੂ ਸਾਹਿਬ ਦੇ ਦਰਸ਼ਨ ਹੋਣ। ਉਤਰੇ ਤਹਾਂ ਜਾਏ ਪੁਰ ਨੇਰੇ। ਪਾਤਸ਼ਾਹ ਮਹਾਰਾਜ ਉਹਦੇ ਬਾਗ ਵਿੱਚ ਜਾ ਉਤਰੇ ਹਨ। ਸਕਲ ਆਏ ਲਾਗਿਓ ਤਬ ਡੇਰੇ। ਮਹਾਰਾਜ ਦੇ ਨਾਲ 5 ਸਿੱਖ ਸਨ। ਬਾਅਦ ਜਦੋਂ ਡੇਰਾ ਲਾਇਆ ਹੈ, ਸੈਫਦੀਨ ਢਿਗ ਕਿਨਹੂ ਬਖਾਨਾ। ਕਿਸੇ ਨੇ ਸੈਫਦੀਨ ਨੂੰ ਜਾ ਕੇ ਖਬਰ ਦਿੱਤੀ। ਉਤਰਿਓ ਆਏ ਨਹੀਂ ਕੋ ਜਾਨਾ। ਕਹਿੰਦੇ ਕੋਈ ਮਹਾਂਪੁਰਸ਼ ਬੜੇ ਨੂਰਾਨੀ ਚਿਹਰੇ ਵਾਲੇ ਤੇਰੇ ਬਾਗ ਵਿੱਚ ਬੈਠੇ ਨੇ, ਹੈਨ ਕੌਣ ਇਹ ਨਹੀਂ ਪਤਾ। ਸੁਧ ਹਿਤ ਸੁਨ ਕੈ ਮਨੁਜ ਪਠਾਇਓ। ਖਬਰ ਸੁਣ ਪਤਾ ਕਰਨ ਲਈ ਉਹਨੇ ਆਪਣਾ ਇੱਕ ਨੌਕਰ ਭੇਜਿਆ ਵੀ ਜਾ ਪਤਾ ਕਰ ਬਾਗ ਵਿੱਚ ਕਿਹੜੇ ਮਹਾਂਪੁਰਸ਼ ਆਏ ਨੇ। ਬੂਝ ਗਇਓ ਤਿਨ ਜਾਏ ਬਤਾਇਓ। ਸੇਵਾਦਾਰ ਉਹਦਾ ਨੌਕਰ ਆਇਆ, ਉਹ ਪੁੱਛ ਕੇ ਗਿਆ ਸਿੱਖਾਂ ਤੋਂ ਵੀ ਕੌਣ ਨੇ। ਭਾਈ ਮਤੀ ਦਾਸ ਕਹਿੰਦੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਤਾਂ ਉਹ ਫਿਰ ਜਾ ਕੇ ਉਹਨੇ ਦੱਸਿਆ। ਜਿਸ ਕੇ ਸੰਗ ਮਿਲਨ ਤੁਮ ਚਾਹੋ। ਉਹਨੇ ਆਖਿਆ ਮਹਾਰਾਜ ਸੈਫਦੀਨ ਜੀ, ਜਿਨ੍ਹਾਂ ਨੂੰ ਤੁਸੀਂ ਉਡੀਕਦੇ ਹੋ, ਜਿਨ੍ਹਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਆਉਚਕ ਸੋ ਪਹੁੰਚੇ ਅਬ ਪਾਹੋ। ਅਚਾਨਕ ਹੀ ਉਹ ਤੁਹਾਡੇ ਬਾਗ ਵਿੱਚ ਆ ਬੈਠੇ ਹਨ। ਸ੍ਰੀ ਗੁਰੂ ਤੇਗ ਬਹਾਦਰ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਬਾਗ ਵਿੱਚ ਆਏ ਬੈਠੇ ਹਨ। ਸੰਗੀ ਨਰ ਬੂਝੇ ਸੋ ਕਹੈ। ਅਸੀਂ ਉਹਨਾਂ ਦੇ ਸੇਵਾਦਾਰਾਂ ਨੂੰ ਉਹਨਾਂ ਦਾ ਨਾਮ ਪੁੱਛਿਆ ਸੀ ਵੀ ਇਹਨਾਂ ਮਹਾਂਪੁਰਸ਼ਾਂ ਦਾ ਨਾਂ ਕੀ ਹੈ। ਸਾਧ ਸੰਗਤ ਜੀ, ਸਿਆਣੇ ਲੋਕ ਜੇ ਨਾਂ ਪੁੱਛਣਾ, ਸਿੱਧਾ ਨਹੀਂ ਜਾ ਕੇ ਮਹਾਂਪੁਰਸ਼ਾਂ ਨੂੰ ਪੁੱਛਦੇ ਹੁੰਦੇ, ਉਹ ਨਾਲ ਦੇ ਨੂੰ ਕੀ ਨਾਮ ਹੈ ਮਹਾਂਪੁਰਸ਼ਾਂ ਦਾ। ਤੇ ਦੇਖੋ ਨਾ ਇਹ ਤਰੀਕੇ ਸੂਰਜ ਪ੍ਰਕਾਸ਼ ਜੀ ਸਮਝਾਏ ਗਏ। ਅੱਜ ਕੱਲ੍ਹ ਨਾ ਕਹਿੰਦੇ ਕਥਾ ਬੰਦ ਕਰਾਣੀ ਸੂਰਜ ਪ੍ਰਕਾਸ਼ ਦੀ। ਕਿਉਂ ਕਰਾਣੀ ਹੈ? ਵੀ ਸਾਡੇ ਬੱਚਿਆਂ ਨੂੰ ਸਲੀਕਾ ਨਾ ਆਵੇ ਬਹਿਣ ਦਾ, ਉੱਠਣ ਦਾ, ਖਲੋਣ ਦਾ, ਬੋਲਣ ਦਾ, ਇਸ ਕਰਕੇ ਕਰਾਣੀ ਹੈ। ਹੋਰ ਕੀ ਹੈ? ਕਿਉਂਕਿ ਇਹ ਗੱਲਾਂ ਜਦੋਂ ਸੁਣਾਂਗੇ ਤੇ ਪਤਾ ਲੱਗੇਗਾ ਵੀ ਦੇਖੋ ਕਿਹੜੇ ਤਰੀਕੇ ਨਾਲ ਲੋਕ ਬੋਲਦੇ ਸੀ, ਕਿੱਦਾਂ ਉਹ ਲੋਕ ਮਿਲਦੇ ਸੀ, ਕਿੱਦਾਂ ਉਹ ਬਹਿੰਦੇ ਸੀ, ਕਿੱਦਾਂ ਉਹ ਖਲੋਂਦੇ ਸੀ, ਉਹਨਾਂ ਦਾ ਵਿਹਾਰ ਕਿੱਦਾਂ ਦਾ ਸੀ, ਉਹਨਾਂ ਦਾ ਆਚਾਰ ਕਿੱਦਾਂ ਦਾ ਸੀ। ਭਾਵੇਂ ਉਹ ਹਿੰਦੂ ਸੀ, ਭਾਵੇਂ ਮੁਸਲਮਾਨ ਸੀ, ਉਹਨਾਂ ਨੂੰ ਬੋਲਣਾ ਹੁੰਦਾ ਸੀ, ਉਹਨਾਂ ਨੂੰ ਮਿਲਣਾ ਹੁੰਦਾ ਸੀ, ਖਾਣਾ ਹੁੰਦਾ ਸੀ, ਉਹਨਾਂ ਨੂੰ ਪਰੋਸਣਾ ਹੁੰਦਾ ਸੀ। ਅੱਜ ਕੱਲ੍ਹ ਕੁਝ ਵੀ ਨਹੀਂ ਸਾਡੇ ਪੱਲੇ ਰਹਿ ਗਿਆ, ਮਾਫ ਕਰਨਾ। ਇਹ ਕਥਾ ਸੁਣ ਕੇ ਬੜਾ ਕੁਝ ਮਿਲਦਾ। ਜਿੱਥੇ ਅਧਿਆਤਮਿਕ ਗੱਲਾਂ ਮਿਲਦੀਆਂ, ਉੱਥੇ ਸਾਨੂੰ ਸਮਾਜਿਕ, ਰਾਜਨੀਤਿਕ ਤੇ ਨੈਤਿਕ ਸਾਰੀਆਂ ਗੱਲਾਂ ਦਾ ਪਤਾ ਲੱਗਦਾ। ਉਹ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦੇ ਕਿਸੇ ਬੰਦੇ ਨੂੰ ਪੁੱਛ ਕੇ ਆਇਆ, ਪੱਕਾ ਕਰਕੇ ਆਇਆ ਵੀ ਇਹਨਾਂ ਦਾ ਨਾਂ ਕੀ ਹੈ। ਸੇਵਾਦਾਰ ਕਹਿੰਦੇ ਇਹਨਾਂ ਦਾ ਨਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਹੈ। ਸੈਫਦੀਨ ਸੁਨ ਕਰ ਹਰ ਖਾਇਓ। ਸੈਫਦੀਨ ਨੂੰ ਜਦੋਂ ਪਾਤਸ਼ਾਹ ਦਾ ਨਾਂ ਕੰਨਾਂ 'ਚ ਪਿਆ, ਖੁਸ਼ ਹੋ ਗਿਆ, ਬੜੀ ਪ੍ਰਸੰਨਤਾ ਹੋਈ। ਤਤ ਛਿਨ ਆਪ ਮਿਲਣ ਕੋ ਆਇਓ। ਉਸੇ ਵੇਲੇ ਭੇਟਾ ਲੈ ਕੇ ਮਹਾਰਾਜ ਦੇ ਦਰਸ਼ਨਾਂ ਲਈ ਬਾਗ ਵਿੱਚ ਹਾਜ਼ਰ ਹੋ ਗਿਆ। ਕਿਤਕ ਅਸ਼ਰਫੀ ਆਗੇ ਧਰ ਕੈ। ਸੋਨੇ ਦੀਆਂ ਕੁਝ ਮੋਹਰਾਂ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੀਆਂ। ਬੰਦੇ ਪਦ ਨਮਰੀ ਸਿਰ ਕਰ ਕੈ। ਔਰ ਸੋਹਣੀਆਂ ਵਸਤੂਆਂ ਭੇਟਾ ਨਾਲ ਦੇ ਕੇ, ਬਸਤਰ, ਮਾਇਆ ਨਾਲ ਫਲ ਫਰੂਟ ਲਿਆਇਆ, ਚਰਨਾਂ 'ਚ ਰੱਖ ਕੇ ਮੱਥਾ ਟੇਕਿਆ। ਕਹਿਤ ਭਇਓ ਮੁਝ ਕਰਿਓ ਨਿਹਾਰ। ਕਹਿਣ ਲੱਗਾ ਜੀ ਬੜੀ ਕਿਰਪਾ ਕੀਤੀ, ਮੈਨੂੰ ਨਿਹਾਲ ਕਰ ਦਿੱਤਾ ਹੈ। ਦਰਸ਼ਨ ਦੀਨਸ ਆਨ ਕਿਰਪਾਲ। ਆਪ ਜੀ ਨੇ ਆ ਕੇ ਦਰਸ਼ਨ ਦਿੱਤੇ ਹੈ, ਗਰੀਬ ਤੇ ਬੜੀ ਰਹਿਮਤ ਕੀਤੀ ਹੈ। ਅਬ ਪਹੁੰਚਿਓ ਹੈ ਆਨ ਚੁਮਾਸਾ। ਤੇ ਸੱਚੇ ਪਾਤਸ਼ਾਹ ਜੀ ਅੱਗੇ ਚੁਮਾਸਾ ਆ ਗਿਆ, ਅੱਗੇ ਮੀਂਹ ਪੈਣੇ ਸ਼ੁਰੂ ਹੋ ਜਾਣੇ ਨੇ। ਬਨੋ ਕਰਤਾਰਥ ਕੀਜੈ ਬਾਸਾ। ਹੁਣ ਮੇਰੀ ਬੇਨਤੀ ਹੈ, ਮੈਨੂੰ ਕਿਰਤਾਰਥ ਕਰੋ, ਹੁਣ ਅੱਗੇ ਨਹੀਂ ਜਾਣਾ। ਇਹ ਬਾਗ ਵੀ ਤੁਹਾਡਾ ਹੈ, ਘਰ ਵੀ ਤੁਹਾਡਾ ਹੈ, ਧਰਤੀ ਤੁਹਾਡੀ ਹੈ,
4 ਮਹੀਨੇ ਤਾਂ ਸੱਚੇ ਪਾਤਸ਼ਾਹ ਇੱਥੇ ਹੀ ਕੱਟੋ। ਇਮ ਕਹਿ ਪਗ ਪੰਕਜ ਗਹਿ ਹਾਥ ਇਦਾਂ ਕਹਿ ਕੇ ਉਹਨੇ ਚਰਨ ਫੜ ਲਏ ਪਾਤਸ਼ਾਹ ਜੀ ਦੇ। ਕਰਤ ਪਲੋਸਤ ਪ੍ਰੀਤੀ ਸਾਥ ਬਾਹਲੇ ਹੀ ਪ੍ਰੇਮ ਨਾਲ ਮਹਾਰਾਜ ਦੇ ਚਰਨ ਇਦਾਂ ਪਲੋਸਦਾ ਹੈ ਤੇ ਮੱਥੇ ਨੂੰ ਲਾਂਦਾ ਹੈ। ਬੁਨ ਮੁਖ ਚਖ ਪਰ ਫੇਰ ਨ ਕਰੈ ਅੱਖਾਂ ਦੇ ਹੱਥ ਫੇਰਿਆ, ਮੱਥੇ ਤੇ ਮੂੰਹ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਲਾਈ ਹੈ। ਮੈਂ ਨਿਹਾਲ ਭਾ ਇਮ ਉਰ ਧਰੈ ਪੀਰ ਜੀ ਮੈਂ ਨਿਹਾਲ ਹੋ ਗਿਆ। ਮੈਂ ਅੱਜ ਦੇ ਦਿਨ ਤੋਂ ਵਾਰੀ-ਵਾਰੀ ਜਾਵਾਂ, ਅੱਜ ਦੀ ਘੜੀ ਤੋਂ ਮੈਂ ਕੁਰਬਾਨ ਜਾਵਾਂ ਵੀ ਅੱਜ ਮੇਰੇ ਘਰ ਸੱਚੇ ਪਾਤਸ਼ਾਹ ਤੁਸੀਂ ਆ ਬੈਠੇ ਹੋ। ਏਰ ਪ੍ਰੇਮ ਕੋ ਬਹੁਤ ਕਿਰਪਾਲ ਉਸ ਸੈਫਦੀਨ ਦੇ ਹਿਰਦੇ ਦਾ ਪ੍ਰੇਮ ਵੇਖ ਕੇ ਪਾਕ ਬਖਾਨਿਓ ਗੁਰ ਤਿਸ ਕਾਲ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਰਸਨਾ ਤੋਂ ਬੋਲੇ। ਜੇ ਉਰ ਸ਼ਰਦਾ ਏਵ ਤੁਮਾਰੇ ਮਹਾਰਾਜ ਕਹਿੰਦੇ ਸੈਫਦੀਨ ਜੀ ਜੇ ਤੁਹਾਡੇ ਮਨ 'ਚ ਏਦਾਂ ਦੀ ਸ਼ਰਧਾ ਹੈ ਕਰਹਿ ਬਾਸ ਚਹੁ ਮਾਸ ਸੁਖਾਰੇ ਠੀਕ ਹੈ, ਅਸੀਂ ਚੁਮਾਸਾ ਤੁਹਾਡੇ ਕੋਲ ਹੀ ਕੱਟਾਂਗੇ, ਤੁਹਾਡੇ ਕੋਲ ਹੀ ਰਵਾਂਗੇ। ਚਾਹੇ ਸ਼ਾਹ ਢਿਗ ਕਰਨ ਪਿਆਨਾ ਅਸੀਂ ਜਾਣਾ ਤਾਂ ਦਿੱਲੀ ਹੈ ਬਾਦਸ਼ਾਹ ਕੋਲ, ਉੱਥੇ ਸਾਨੂੰ ਕੋਈ ਜ਼ਰੂਰੀ ਕੰਮ ਹੈ। ਬਰਖਾ ਹਟੇ ਜਾਹੇ ਤਿਸ ਥਾਨਾ ਪਰ ਉਹ ਜਦੋਂ ਮੀਂਹ ਹਟ ਜਾਵੇਗਾ ਉਦੋਂ ਜਾਵਾਂਗੇ। ਇਸ ਪ੍ਰਕਾਰ ਜਬ ਗੁਰੂ ਉਚਾਰਿਓ ਜਦੋਂ ਇਸ ਤਰ੍ਹਾਂ ਪਾਤਸ਼ਾਹ ਨੇ ਬਚਨ ਕੀਤਾ ਸੈਫਦੀਨ ਕਹਿ ਸਿਬਰ ਉਠਾਰਿਓ ਕਹਿੰਦੇ ਸੈਫਦੀਨ ਨੇ ਮਹਾਰਾਜ ਦਾ ਡੇਰਾ ਉੱਥੋਂ ਬਾਗ ਚੋਂ ਚੁੱਕ ਕੇ ਸੁੰਦਰ ਉਪਬਨ ਵਿਖੈ ਉਤਾਰੇ ਸੋਹਣੀ ਬਾਗ ਵਿੱਚ ਇੱਕ ਕੋਠੀ ਪਾਈ ਹੋਈ ਸੀ, ਉੱਥੇ ਘਰ ਸੀ। ਹੁਣ ਤਾਂ ਸਾਧ ਸੰਗਤ ਜੀ ਉਹ ਪੁਰਾਣੀਆਂ ਬਿਲਡਿੰਗਾਂ ਢਹਿ ਗਈਆਂ, ਪਰ ਇੱਕ ਉੱਥੇ ਸਥਾਨ ਅਜੇ ਵੀ ਉਹ ਪੀਰ ਜੀ ਦੀ ਕਬਰ ਉਹਨਾਂ ਦਾ ਗੁਰਦੁਆਰੇ ਦੇ ਸਾਹਮਣੇ ਹੀ ਸਥਾਨ ਬਣਿਆ ਹੋਇਆ। ਹੋਰ ਪੁਰਾਣੀਆਂ ਬਿਲਡਿੰਗਾਂ ਤਾਂ ਸਫਾ ਹੋ ਚੁੱਕੀਆਂ ਨੇ, ਕਾਰ ਸੇਵਾ ਦਾ ਥੋੜਾ ਚੱਲ ਗਿਆ, ਪਰ ਕਈ ਚੀਜ਼ਾਂ ਉੱਥੇ ਅਜੇ ਵੀ ਦੇਖ ਕੇ ਪਤਾ ਲੱਗਦਾ ਵੀ ਕਿਸੇ ਜ਼ਮਾਨੇ ਵਿੱਚ ਇੱਥੇ ਕਿੰਨੀ ਸ਼ਾਂਤੀ ਕਿੰਨਾ ਟਿਕਾ ਸੀ। ਉੱਥੇ ਸਤਿਗੁਰੂ ਜੀ ਨੂੰ ਉਤਾਰ ਲਿਆ। ਆਪ ਸਾਥ ਹੋਏ ਤਹਾਂ ਪਧਾਰੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਆ ਹੈ ਬਾਗ ਵਿੱਚ। ਭਲੀ ਭਾਂਤ ਡੇਰਾ ਕਰਵਾਇਓ ਬੜਾ ਸੋਹਣੀ ਥਾਂ ਤੇ ਡੇਰਾ ਕਰਵਾਇਆ ਗੁਰੂ ਸਾਹਿਬ ਜੀ ਦਾ। ਹਿਤ ਸੇਵਾ ਕੇ ਸਕਲ ਪਚਾਇਓ ਸੇਵਾ ਵਾਸਤੇ ਸਾਰੀਆਂ ਵਸਤੂਆਂ, ਲੰਗਰ ਦਾ ਸਾਜੋ ਸਮਾਨ, ਵਰਤੋਂ ਦੀਆਂ ਸਾਰੀਆਂ ਚੀਜ਼ਾਂ ਭੇਜੀਆਂ। ਬਹੁ ਬਿਦ ਕੇ ਪ੍ਰਿਯ ਬਾਕ ਸੁਨਾਏ ਬੜੇ ਪਿਆਰ ਦੇ ਬਚਨ ਕੀਤੇ। ਪੁਨ ਨਿਜ ਸਦਨ ਗਇਓ ਹਰ ਖਾਏ ਫਿਰ ਆਪਣੇ ਘਰ ਗਿਆ ਤੇ ਰੋਜ਼ ਮਹਾਰਾਜ ਦੀ ਸੰਗਤ ਕਰਦਾ ਰਿਹਾ। ਨਿਸਾ ਬਾਸ ਸਤਿਗੁਰ ਤਬ ਕਰਿਓ ਰਾਤ ਉੱਥੇ ਸਤਿਗੁਰੂ ਜੀ ਨਿਵਾਸ ਕੀਤਾ। ਖਾਨ ਪਾਨ ਸਭ ਹਿਨ ਸੁਖ ਧਰਿਓ ਹਰ ਪ੍ਰਕਾਰ ਦਾ ਖਾਨ ਪਾਨ ਕੀਤਾ। ਭਈ ਪ੍ਰਭਾਤ ਸੌਚ ਇਸ਼ਨਾਨੇ ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ। ਬੈਠੇ ਥਿਰ ਹੋਏ ਲਾਗ ਸੁਧਿਆਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਮਹਾਰਾਜ ਧਿਆਨ ਵਿੱਚ ਬੈਠ ਗਏ। ਦਿਵਸ ਚੜੇ ਕਰ ਪ੍ਰੇਮ ਵਿਸਾਲਾ ਦਿਨ ਚੜੇ ਬੜੇ ਪ੍ਰੇਮ ਨਾਲ। ਸੈਫਦੀਨ ਪਹੁੰਚਿਓ ਤਤਕਾਲਾ ਸੈਫਦੀਨ ਉਸੇ ਵੇਲੇ ਪਹੁੰਚਿਆ। ਕਰ ਬੰਧਨ ਪਦ ਪਰ ਹਰ ਖਾਇਓ ਚਰਨਾਂ ਤੇ ਮੱਥਾ ਟੇਕ ਕੇ ਖੁਸ਼ ਹੋਇਆ। ਸਾਦਰ ਸਤਿਗੁਰ ਨਿਕਟ ਬਿਠਾਇਓ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਲ ਬਿਠਾਇਆ। ਬੜੇ ਪ੍ਰੇਮ ਦੇ ਬਚਨ ਬਿਲਾਸ ਕੀਤੇ। ਸੋ ਸਾਧ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਬੜੀ ਰਸ ਪਿੰਨੀ ਹੈ। ਕਿਸ ਤਰ੍ਹਾਂ ਮਹਾਰਾਜ ਜੀ ਇਹ ਯਾਤਰਾ, ਇਹ ਸ਼ਹੀਦੀ ਯਾਤਰਾ ਸੀ ਸਤਿਗੁਰਾਂ ਦੀ, ਇਹ ਦੇਸ਼ ਕੌਮ ਤੋਂ ਕੁਰਬਾਨ ਹੋਣ ਦੀ, ਇਸ ਦੁਨੀਆ ਨੂੰ ਧਰਮ ਨੂੰ ਬਚਾਉਣ ਦੀ ਯਾਤਰਾ ਸੀ। ਮਹਾਰਾਜ ਸੱਚੇ ਪਾਤਸ਼ਾਹ ਦੀ ਯਾਤਰਾ ਦੀ ਕਥਾ ਆਪ ਜੀ ਸੁਣ ਰਹੇ ਹੋ। ਹਾਜ਼ਰੀਆਂ ਭਰੋ, ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ।